ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵਿੱਚੋਂ ਕੋਈ ਨਾ ਕੋਈ ਵਿਸ਼ਾ ਸਾਂਝਾ ਕਰਦੇ ਹਨ। ਅੱਜ ਵੀ ਸਾਡੇ ਚ ਵੀਰ ਹਰਜੀਤ ਸਿੰਘ ਜੀ ਹਾਜ਼ਰ ਹਨ ਤੇ ਉਹਨਾਂ ਨੂੰ ਬੇਨਤੀ ਹੈ ਕਿ ਗੁਰਮਤਿ ਫਿਲਾਸਫੀ ਦਾ ਵਿਸ਼ਾ ਸੰਗਤ ਦੇ ਨਾਲ ਸਾਂਝਾ ਕਰਨਗੇ ਜੀ। ਸੋ ਉਹਨਾਂ ਨੂੰ ਰਿਕੁਐਸਟ ਹੈ ਜੀ ਕਿ ਆਪਣਾ ਮਾਈਕ ਅਨਮਿਊਟ ਕਰਕੇ ਤੇ ਅੱਜ ਦਾ ਵਿਸ਼ਾ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਜਿਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰਦੁਆਰਿਓ, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਵਿਚਾਰਾਂ ਦਾ ਵਿਸ਼ਾ ਗੁਰਦੁਆਰਾ ਸੰਸਥਾ ਬਾਰੇ ਹੈ। ਗੁਰਦੁਆਰੇ ਦੀ ਕੀ ਮਹਾਨਤਾ ਸਿੱਖੀ ਦੇ ਵਿੱਚ ਹੈ, ਗੁਰਦੁਆਰੇ ਦਾ ਪ੍ਰਬੰਧ ਕਿਹਨਾਂ ਹਾਲਤਾਂ ਵਿੱਚੋਂ ਗੁਰੂ ਕਾਲ ਤੋਂ ਬਾਅਦ ਲੰਘਿਆ, ਆਦਰਸ਼ਕ ਗੁਰਦੁਆਰੇ ਦੇ ਕੀ ਗੁਣ ਹੋਣੇ ਚਾਹੀਦੇ ਹਨ। ਕੁਝ ਐਸੀਆਂ ਵਿਚਾਰਾਂ ਹਨ ਜਿਹੜੀਆਂ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਹਨ। ਗੁਰਦੁਆਰੇ ਸਿੱਖੀ ਦੇ ਵਿੱਚ ਬਹੁਤ ਇੱਕ ਮਹਾਨਤਾ ਰੱਖਦੇ ਹਨ। ਇਹਨਾਂ ਦੀ ਖਾਸ ਇੰਪੋਰਟੈਂਸ ਹੈ ਸਿੱਖ ਧਰਮ ਦੇ ਵਿੱਚ। ਇਹ ਕਹਿ ਲਈਏ ਕਿ ਇਹ ਗੁਰਦੁਆਰੇ ਗੁਰੂ ਜੀ ਦੀ ਸਿੱਖਿਆ ਦੇ ਸੋਮੇ ਹਨ, ਕੇਂਦਰ ਹਨ। ਸਾਡੇ ਪਾਠ ਦਾ, ਬੰਦਗੀ ਦਾ ਅਸਥਾਨ ਹੈ, ਧਾਰਮਿਕ ਸਿੱਖਿਆ ਦਾ ਕੇਂਦਰ ਹੈ। ਪਰ ਮਨੁੱਖੀ ਜੀਵਨ ਦੇ ਇੱਕ ਜੀਵਨ ਜਾਚ ਨੂੰ ਘੜਨ ਦਾ ਇੱਕ ਮਹਾਨ ਸੋਮਾ ਹੈ। ਇਸ ਸਮਾਜ ਸੇਵਾ, ਸਾਂਝੀਆਂ ਪੰਥਕ ਵਿਚਾਰਾਂ ਤੇ ਸਾਡੇ ਸੁਸਾਇਟੀ ਨੂੰ, ਸਮਾਜ ਨੂੰ ਇੱਕ ਵਧੀਆ ਸਮਾਜ ਬਣਾਉਣ ਦਾ ਇੱਕ ਕੇਂਦਰ ਹਨ। ਆਈਡੀਅਲ ਸੁਸਾਇਟੀ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਗੁਰਦੁਆਰੇ ਉਹਦੇ ਕੇਂਦਰ, ਸੈਂਟਰ ਪੁਆਇੰਟ ਹਨ। ਇਹ ਗੁਰਦੁਆਰਿਆਂ ਵਿੱਚ ਸਿੱਖ ਤੋਂ ਬਿਨਾਂ ਹਰ ਸ਼੍ਰੇਣੀ ਦਾ, ਹਰ ਜਾਤ ਬਰਾਦਰੀ ਦਾ ਕੋਈ ਵੀ ਵਿਅਕਤੀ ਜਿਹਦੇ ਕੋਲ ਸਿੱਖੀ ਮਰਿਆਦਾ ਦੇ ਉਲਟ ਚੀਜ਼ ਨਾ ਹੋਵੇ, ਉਹ ਸੰਗਤ ਵਿੱਚ ਆ ਕੇ ਬੈਠ ਸਕਦਾ ਹੈ ਅਤੇ ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਉਪਦੇਸ਼ ਨੂੰ ਉਹ ਇੱਥੇ ਸੁਣ ਸਕਦਾ ਹੈ, ਗ੍ਰਹਿਣ ਕਰ ਸਕਦਾ ਹੈ। ਇਹ ਕਿਸੇ ਕੌਮ ਦਾ ਅਧਿਕਾਰ ਨਹੀਂ ਵੀ ਇਹ ਸਿਰਫ ਸਿੱਖ ਕੌਮ ਦਾ ਆਪਣਾ ਅਧਿਕਾਰ ਹੈ। ਗੁਰਦੁਆਰੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਗੋਤ ਦਾ ਇੱਥੋਂ ਗੁਰੂ ਦੀ ਸਿੱਖਿਆ ਲੈ ਸਕਦਾ ਹੈ। ਗੁਰਦੁਆਰੇ ਵਿੱਚ ਆਮ ਤੌਰ ਤੇ ਗੁਰੂ ਕਾ ਲੰਗਰ ਵੀ ਹੁੰਦਾ ਹੈ, ਜੋ ਸਮਾਜ ਵਿੱਚ ਬਰਾਬਰੀ ਭਾਵ ਨੂੰ ਦਰਸਾਉਂਦਾ ਹੈ। ਆਏ ਗਏ ਮੁਸਾਫਰ ਨੂੰ ਪ੍ਰਸ਼ਾਦਾ ਵੀ ਮਿਲਦਾ ਹੈ, ਰੋਟੀ ਵੀ ਮਿਲਦੀ ਹੈ, ਹੋਣਾ ਵੀ ਚਾਹੀਦਾ ਹੈ। ਜੇ ਨਹੀਂ ਹੈ ਤਾਂ ਕਿਤੇ ਕਮਜ਼ੋਰੀਆਂ ਪ੍ਰਬੰਧ ਦੇ ਵਿੱਚ ਹਨ, ਲੇਕਿਨ ਗੁਰਦੁਆਰੇ ਦਾ ਜੋ ਮਿਸ਼ਨ ਹੈ, ਜੋ ਗੁਰਦੁਆਰੇ ਬਣਾਉਣ ਦਾ ਏਮ ਹੈ, ਉਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਸ਼ਾਮਲ ਹਨ। ਇੱਥੇ ਲੰਗਰ ਵਿੱਚ ਬੈਠਣ ਲੱਗਿਆਂ ਵੀ ਇੱਕ ਪੰਗਤ ਦਾ ਵਿਧਾਨ ਹੈ। ਕਿਸੇ ਕੌਮ ਦਾ, ਕਿਸੇ ਜਾਤ ਦਾ, ਕਿਸੇ ਦੇਸ਼ ਦਾ, ਕਿਸੇ ਬਰਾਦਰੀ ਦਾ ਇਹਦੇ ਵਿੱਚ ਕੋਈ ਵੀ ਪਾਬੰਦੀ ਨਹੀਂ ਹੈ, ਕੋਈ ਵੀ ਬੈਠ ਸਕਦਾ ਹੈ।
ਕਿਸੇ ਤੇ ਕੋਈ ਪਾਬੰਦੀ ਨਹੀਂ। ਔਰ ਸਾਰੇ ਪੰਗਤਾਂ ਵਿੱਚ ਇੱਕ ਰੂਪ ਵਿੱਚ ਬੈਠਦੇ ਹਨ। ਵਿਤਕਰਾ ਨਹੀਂ ਕੀਤਾ ਜਾਂਦਾ, ਕੋਈ ਛੂਤ ਛਾਤ ਨਹੀਂ ਮਨਾਈ ਜਾਂਦੀ। ਇਤਿਹਾਸਿਕ ਘਟਨਾ ਕਲਗੀਧਰ ਪਾਤਸ਼ਾਹ ਦੇ ਜੀਵਨ ਕਾਲ ਵਿੱਚ ਆਉਂਦੀ ਹੈ। 1699 ਦੀ ਵਿਸਾਖੀ ਨੂੰ 30 ਮਾਰਚ ਜਦੋਂ ਸਤਿਗੁਰੂ ਜੀ ਨੇ ਖਾਲਸੇ ਦੀ ਸੰਪੂਰਨਤਾ ਕੀਤੀ, ਖੰਡੇ ਬਾਟੇ ਦੀ ਪਹੁ ਦੇ ਕੇ, ਤੇ ਬ੍ਰਾਹਮਣ ਸ਼੍ਰੇਣੀ ਨੇ ਇੱਕ ਗਿਲਾ ਕੀਤਾ, ਪਾਤਸ਼ਾਹ ਜੀ ਅੱਜ ਨਾ ਤਾਂ ਤੁਸੀਂ ਸਾਨੂੰ ਸੱਦਾ ਭੇਜਿਆ, ਨਾ ਹੀ ਲੰਗਰ ਵਿੱਚ ਸਾਨੂੰ ਕੋਈ ਵਿਸ਼ੇਸ਼ ਸੁਨੇਹਾ ਗਿਆ। ਤੇ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਰਮਜ਼ ਵਾਲੀ ਗੱਲ ਕੀਤੀ, ਸਾਨੂੰ ਤੁਹਾਡਾ ਚੇਤਾ ਨਹੀਂ ਰਿਹਾ, ਯਾਦ ਨਹੀਂ ਰਿਹਾ। ਤੇ ਨਾਲ ਹੀ ਇਹ ਗੱਲ ਕਹਿ ਦਿੱਤੀ, ਯਾਦ ਚੇਤਾ ਉਸਦਾ ਭੁੱਲਦਾ ਹੈ ਜਿਹਦੀ ਲੋੜ ਨਾ ਹੋਵੇ। ਸਾਨੂੰ ਉੱਚ ਜਾਤ ਪਾਤ ਬਰਾਦਰੀਆਂ ਵਾਲੇ ਜਿਹੜੇ ਆਪਣੇ ਆਪ ਨੂੰ ਸੁਪਰ ਕਲਾਸ ਕਹਿੰਦੇ ਹਨ, ਆਪਣੀ ਮਨੁੱਖੀ ਸ਼੍ਰੇਣੀ ਤੋਂ ਉੱਪਰ ਆਪਣੇ ਆਪ ਨੂੰ ਵੱਖਰਾ ਸਮਝਦੇ ਹਨ, ਉਹਨਾਂ ਦੀ ਸਾਨੂੰ ਲੋੜ ਨਹੀਂ ਹੈ। ਤਾਂ ਮੈਂ ਇੱਥੇ ਹੀ ਬੇਨਤੀ ਕਰ ਰਿਹਾ ਹਾਂ ਵੀ ਇਸ ਗੁਰੂ ਕੇ ਲੰਗਰ ਵਿੱਚ ਵੀ, ਗੁਰੂ ਦੀ ਸੰਗਤ ਵਿੱਚ ਵੀ ਤੇ ਗੁਰੂ ਦੇ ਲੰਗਰ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਭੇਟ, ਕੋਈ ਛੂਤ ਛਾਤ ਨਹੀਂ ਕੀਤੀ ਜਾਂਦੀ। ਔਰ ਇਹਨਾਂ ਲੰਗਰਾਂ ਵਿੱਚ ਆਟਾ, ਦਾਲ, ਸਬਜ਼ੀ, ਲੂਣ, ਮਸਾਲੇ, ਘਿਓ ਦੀ ਸੇਵਾ ਕਰਨੀ, ਫਿਰ ਹੱਥੀਂ ਸੇਵਾ ਕਰਨ ਨੂੰ ਗੁਰੂ ਘਰ ਦੇ ਵਿੱਚ ਬਹੁਤ ਹੀ ਪਿਆਰ ਦਿੱਤਾ ਜਾਂਦਾ ਹੈ ਤੇ ਚੰਗਾ ਸਮਝਿਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਸਾਨੂੰ ਸੇਵਾ ਕਰਨ ਦਾ ਚਾਅ ਨਹੀਂ ਰਿਹਾ। ਅੱਜ ਅਸੀਂ ਕਿਰਾਏ ਦੇ ਉੱਤੇ ਲੈ ਕੇ ਲੰਗਰ ਪਕਵਾ ਵੀ ਲੈਂਦੇ ਹਾਂ ਜਾਂ ਹਲਵਾਈਆਂ ਕੋਲੋਂ ਬਣਵਾ ਲੈਂਦੇ ਹਾਂ। ਹੱਥੀਂ ਜੋ ਸੇਵਾ, ਲੰਗਰ ਦੇ ਪਿੱਛੇ ਫਿਲਾਸਫੀ ਸੀ ਹੱਥੀਂ ਸੇਵਾ ਕਰਨ ਦੀ, ਉਹ ਅੱਜ ਅਲੋਪ ਹੋ ਗਈ ਹੈ। ਇਹ ਗੱਲ ਅਲੱਗ ਹੈ। ਲੇਕਿਨ ਲੰਗਰ ਦਾ ਜੋ ਵਿਧਾਨ ਸੀ ਗੁਰਦੁਆਰੇ ਦੇ ਵਿੱਚ, ਉਹ ਹੱਥੀਂ ਸੇਵਾ ਕਰਨ ਦਾ ਸੀ। ਆਮ ਤੌਰ ਤੇ ਅਸੀਂ ਦੇਖਦੇ ਹਾਂ ਵਿਆਹਾਂ ਸ਼ਾਦੀਆਂ ਦੇ ਉੱਤੇ, ਖੁਸ਼ੀਆਂ ਗਮੀਆਂ ਦੇ ਸਮਾਗਮ, ਮਰਨੇ ਪਰਨੇ ਦੇ ਸਮਾਗਮ ਵੀ ਗੁਰਦੁਆਰੇ ਵਿੱਚ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਹਨ। ਭਾਵ ਉਹਨਾਂ ਦੇ ਲਈ ਵੀ ਇਹ ਸੈਂਟਰ ਪਲੇਸ ਹੈ। ਖੁਸ਼ੀ ਗਮੀ ਦੇ ਸਮਾਗਮਾਂ ਵੇਲੇ, ਆਨੰਦ ਕਾਰਜ ਜਾਂ ਵਿਆਹ ਸ਼ਾਦੀਆਂ ਦੇ ਜਾਂ ਮਰਨੇ ਪਰਨੇ ਦਾ ਅੰਤਮ ਅਰਦਾਸ ਦੇ ਸਮਾਗਮ ਹੋਣ, ਉਦੋਂ ਵੀ ਸੰਗਤਾਂ ਇਕੱਠੀਆਂ ਹੁੰਦੀਆਂ ਨੇ। ਜਾਂ ਇਹ ਕਹਿ ਲਈਏ ਕਿ ਗੁਰਦੁਆਰਾ ਵਿਦਿਆਰਥੀਆਂ ਲਈ, ਸਿੱਖੀ ਦੇ ਵਿਦਿਆਰਥੀਆਂ ਲਈ ਇੱਕ ਵਿਦਿਆਲਿਆ ਹੈ। ਆਤਮਿਕ ਗਿਆਨ ਦੇ ਖੋਜੀਆਂ ਦੇ ਲਈ ਇਹ ਬ੍ਰਹਮ ਗਿਆਨ ਦਾ ਸੋਮਾ ਹੈ। ਰੋਗੀਆਂ ਦੇ ਲਈ, ਸਰੀਰਕ ਤੌਰ ਤੇ ਰੋਗੀਆਂ ਦੇ ਲਈ ਇਹ ਦੁਆ ਘਰ ਹੈ। ਭੁੱਖਿਆਂ ਦੇ ਲਈ ਇਹ ਲੰਗਰ ਪੇਟ ਭਰਨ ਦਾ ਸਥਾਨ ਹੈ। ਅੱਗੇ ਇਸ ਤੋਂ ਵੀ ਅੱਗੇ ਚਲੀਏ, ਮੁਥਾਜਾਂ ਦੇ ਲਈ ਇਹ ਪਨਾਹ ਘਰ ਹੈ ਤੇ ਰਾਹੀਆਂ ਲਈ, ਮੁਸਾਫਰਾਂ ਦੇ ਲਈ ਇਹ ਇੱਕ ਆਰਾਮ ਕਰਨ ਦੇ ਸਥਾਨ ਹੈ। ਹੁਣ ਇੰਨੇ ਕੁ ਗੁਣ ਗੁਰਦੁਆਰੇ ਦੇ ਮੈਂ ਆਪ ਜੀ ਦੇ ਨਾਲ ਜੋ ਸਾਂਝੇ ਕੀਤੇ ਹਨ, ਇਹ ਗੁਰਦੁਆਰੇ ਵਿੱਚ ਹੋਣੇ ਚਾਹੀਦੇ ਹਨ। ਫਿਰ ਇੱਕ ਵਾਰੀ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਕਿ ਇਹ ਸਿੱਖਿਆ ਦੀ, ਸਿੱਖੀ ਅਸੀਂ ਵਿਦਿਆਰਥੀ ਹਾਂ, ਸਿੱਖੀ ਦੀ ਵਿਦਿਆਰਥੀਆਂ ਦੇ ਲਈ ਇਹ ਵਿਦਿਆਲਿਆ ਹੈ, ਇੱਕ ਪਾਠਸ਼ਾਲਾ ਹੈ। ਆਤਮਿਕ ਗਿਆਨ ਦੇ ਜਿਹੜੇ ਖੋਜੀ ਹਨ, ਉਹਨਾਂ ਦੇ ਲਈ ਇਹ ਗਿਆਨ ਦਾ ਸੋਮਾ ਹੈ। ਰੋਗੀਆਂ ਦੇ ਲਈ, ਸਰੀਰਕ ਤੌਰ ਤੇ ਰੋਗੀਆਂ ਲਈ ਇਹ ਦੁਆ ਘਰ ਹੈ। ਭੁੱਖਿਆਂ ਦੇ ਲਈ ਇਹ ਪੇਟ ਭਰਨ ਲਈ ਇੱਕ ਲੰਗਰ ਹੈ। ਮੁਥਾਜਾਂ ਦੇ ਲਈ ਇੱਕ ਪਨਾਹ ਘਰ ਹੈ ਅਤੇ ਲੰਘਦੇ ਜਬੜਦੇ ਰਾਹੀਆਂ ਦੇ ਮੁਸਾਫਰਾਂ ਦੇ ਲਈ ਇੱਕ ਵਿਸ਼ਰਾਮ ਸਥਾਨ ਹੈ, ਆਰਾਮ ਕਰਨ ਲਈ ਥਾਂ ਹੈ। ਜਾਂ ਕਹਿ ਲਈਏ ਅਸੀਂ ਕਿ ਗੁਰਦੁਆਰੇ ਸਿੱਖੀ ਜੀਵਨ ਦੀ ਇੱਕ ਪ੍ਰੈਕਟੀਕਲ ਜਾਂ ਅਭਿਆਸਸ਼ਾਲਾ ਹੈ, ਇੱਕ ਪ੍ਰੈਕਟੀਕਲ ਜੀਵਨ ਦਾ ਇੱਕ ਕੇਂਦਰ ਹੈ। ਇੱਥੋਂ ਗੁਰਸਿੱਖੀ ਦੇ ਜੋ ਆਦਰਸ਼ ਹਨ, ਜੋ ਗੁਰਸਿੱਖੀ ਦੇ ਸੰਦੇਸ਼ ਹਨ, ਜਾਂ ਦੂਜੇ ਨਾਲ ਨਾਲ ਰਹਿਤ ਮਰਿਆਦਾ ਦਾ ਜਾਣਕਾਰੀ ਵੀ ਮਿਲਣੀ ਚਾਹੀਦੀ ਹੈ ਜਾਂ ਮਿਲਦੀ ਹੈ। ਨਿੱਜੀ ਤੇ ਸਮਾਜਿਕ ਜੀਵਨ ਦੇ ਲਈ ਅਗਵਾਈ ਮਿਲਦੀ ਹੈ ਤੇ ਚੰਗਾ ਮਾਰਗ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਜੀਵਨ ਦੇ ਲਈ ਮਾਰਗਦਰਸ਼ਨ ਵੀ ਹੈ। ਗੁਰਦੁਆਰੇ
ਸਿੱਖ ਦੀ ਜਿੰਦ ਜਾਨ ਹਨ। ਸਿੱਖੀ ਰਹਿਤ ਦੇ ਚਾਨਣ ਮੁਰਾਰੇ ਹਨ ਔਰ ਇਹ ਸਾਡਾ ਇੱਕ ਰੋਜ਼ਾਨਾ ਜੀਵਨ ਵਿੱਚ ਆਪਣੇ ਅਧਿਆਤਮਿਕ ਜੀਵਨ ਨੂੰ ਉੱਚੇ ਚੁੱਕਣ ਦੇ ਲਈ ਅਭਿਆਸਸ਼ਾਲਾ ਵੀ ਹਨ। ਸਿੱਖ ਧਰਮ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਕਿ ਸ਼ੁਰੂ ਤੋਂ ਹੀ ਗੁਰਦੁਆਰੇ ਸਿੱਖ ਭਾਈਚਾਰੇ ਦੇ ਅਧਿਆਤਮਿਕ ਅਤੇ ਸਮਾਜਿਕ ਜੀਵਨ ਨੂੰ ਉੱਚਾ ਚੁੱਕਣ ਲਈ ਕੇਂਦਰ ਸਮਝੇ ਜਾਂਦੇ ਹਨ ਜਾਂ ਸਮਝੇ ਜਾਂਦੇ ਰਹੇ ਹਨ। ਪਿਛੋਕੜ ਵਿੱਚ ਵੀ ਅਸੀਂ ਇਹਨੂੰ ਦੇਖਦੇ ਹਾਂ। ਗੁਰੂ ਸਾਹਿਬ ਜੀ ਨੇ ਇਹਨਾਂ ਗੁਰਦੁਆਰਿਆਂ ਨੂੰ ਸੰਗਤ ਦਾ ਨਾਮ ਦਿੱਤਾ ਸੀ, ਜਿਸ ਦਾ ਭਾਵ ਇਹ ਸੀ ਕਿ ਇੱਥੇ ਸਿੱਖ ਭਾਈਚਾਰੇ ਦੇ ਜੁੜਨ ਦੀ ਥਾਂ ਸੰਗਤ, ਜਿੱਥੇ ਇਕੱਠੇ ਹੋ ਕੇ ਸਿੱਖ ਪ੍ਰਭੂ ਭਗਤੀ ਦਾ ਰਸ ਮਾਣਦੇ, ਉੱਥੇ ਆਪਣੇ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਉੱਪਰ ਵਿਚਾਰ ਕਰਦੇ, ਆਪਣੇ ਕੌਮੀ ਹਿੱਤਾਂ ਤੇ ਸਰਬੱਤ ਦੇ ਭਲੇ ਲਈ ਪ੍ਰੋਗਰਾਮ ਵੀ ਇਹਨਾਂ ਗੁਰਦੁਆਰਿਆਂ ਵਿੱਚ ਉਲੀਕੇ ਜਾਂਦੇ। ਗੁਰਦੁਆਰੇ ਜੋ ਸੰਗਤਾਂ ਗੁਰੂ ਸਾਹਿਬ ਜੀ ਨੇ ਕਾਇਮ ਕੀਤੀਆਂ, ਇਸ ਚੱਲਦਾ ਰਿਹਾ ਹੈ, ਇਸ ਤਰ੍ਹਾਂ ਹੁੰਦਾ ਰਿਹਾ। ਵਿਸ਼ੇਸ਼ ਕਰਕੇ ਜੇ ਅਸੀਂ ਦੇਖਦੇ ਹਾਂ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਦੇ ਸਮੇਂ ਤੇ ਮੁਗਲ ਹਾਕਮਾਂ ਤੇ ਅਤਿਆਚਾਰਾਂ ਦਾ, ਉਹਨਾਂ ਦੇ ਜ਼ੁਲਮਾਂ ਦਾ ਮੁਕਾਬਲਾ ਕਰਨ ਦੇ ਲਈ ਗੁਰਦੁਆਰਿਆਂ ਵਿੱਚ ਸਿੱਖ ਸੰਗਤਾਂ ਨੂੰ ਪ੍ਰੇਰਿਆ ਜਾਂਦਾ ਸੀ। ਇੱਥੋਂ ਹੀ ਦੁਸ਼ਮਣ ਦੇ ਫੌਜ ਦੇ ਟਾਕਰੇ ਲਈ ਸਿੱਖ ਸੈਨਿਕਾਂ ਨੂੰ, ਸਿੱਖ ਫੌਜੀਆਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਸੀ, ਕਿਉਂਕਿ ਦਰਬਾਰ ਸਾਹਿਬ ਦੇ ਸਾਹਮਣੇ ਵੈਸੇ ਨਵਾਂ ਗੁਰਦੁਆਰਾ ਬਣਾਉਣ ਦੀ ਲੋੜ ਨਹੀਂ ਸੀ। ਉੱਥੇ ਸਿਖਲਾਈ ਦਾ ਕੇਂਦਰ ਦਿੱਤਾ ਗਿਆ, ਜਿੱਥੇ ਸ਼ਸਤਰ ਵਿਦਿਆ ਦਾ ਅਭਿਆਸ ਕਰਾਇਆ ਜਾਂਦਾ ਸੀ, ਜਿਹਨੂੰ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ ਹਾਂ। ਲੋੜ ਪੈਣ ਦੇ ਉੱਤੇ ਇਹਨਾਂ ਥਾਵਾਂ ਦੇ ਉੱਤੇ ਧਰਮ ਯੁੱਧ ਦੀ ਤਿਆਰੀ ਵੀ ਕਰਵਾਈ ਜਾਂਦੀ ਸੀ, ਕਿਉਂਕਿ ਸਿੱਖੀ ਦੇ ਅੰਦਰ ਯੁੱਧ ਹੈ, ਲੇਕਿਨ ਧਰਮ ਦਾ ਯੁੱਧ ਹੈ। ਕਿਸੇ ਦੀ ਭੋਏ ਦੇ, ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਲਈ ਸਿੱਖੀ ਦਾ ਯੁੱਧ ਨਹੀਂ ਹੈ। ਇੱਥੇ ਜਦੋਂ ਵੀ ਯੁੱਧ ਹੋਏ, ਧਰਮ ਦੀ ਗੱਲ ਕੇ ਹੋਏ। ਧਰਮ ਯੁੱਧ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਕੀਤੀ ਹੈ, ਕਿਉਂਕਿ ਇਹ ਹਲੇਮੀ ਰਾਜ ਦਾ ਸੰਕਲਪ ਸਿੱਖੀ ਵਿੱਚ ਹੈ। ਅਸੀਂ ਜਦੋਂ ਇਹ ਕਹਿ ਦਿੰਦੇ ਹਾਂ ਵੀ ਰਾਜ ਦਾ ਕੋਈ ਸੰਕਲਪ ਹੀ ਨਹੀਂ ਹੈ, ਹਲੇਮੀ ਰਾਜ ਦਾ ਸੰਕਲਪ ਹੈ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਹੋਆ ਹਲੇਮੀ ਰਾਜ ਜੀ ਦੀ ਗੱਲ ਕੀਤੀ ਹੈ। ਇਸ ਸਿੱਖੀ ਅੰਦਰ ਇੱਕ ਹਲੇਮੀ ਰਾਜ ਹੈ, ਜਿਹਦੀ ਇੱਕ ਸਿੱਖਿਆ ਇਹਨਾਂ ਗੁਰਦੁਆਰਿਆਂ ਵਿੱਚ, ਗੁਰੂ ਘਰਾਂ ਵਿੱਚ ਦਿੱਤੀ ਜਾਂਦੀ ਹੈ। ਕਿਉਂਕਿ ਸਿੱਖ ਧਰਮ ਇਨਸਾਨ ਨੂੰ ਮੁਕੰਮਲ ਇਨਸਾਨ ਬਣਾਉਣਾ ਚਾਹੁੰਦਾ ਹੈ, ਹਰ ਪੱਖ ਤੋਂ ਹੀ ਕੰਪਲੀਟ ਆਈਡੀਅਲ ਮੈਨ ਜਾਂ ਆਈਡੀਅਲ ਪਰਸਨ ਬਣਾਉਣ ਦੀ ਗੱਲ ਜਿਹੜੀ ਸਿੱਖੀ ਕਰਦੀ ਹੈ। ਇਹ ਕੇਵਲ ਪੂਜਾ ਪਾਠ ਦੇ ਸਥਾਨ ਗੁਰਦੁਆਰੇ ਨਹੀਂ ਹਨ, ਜਿਵੇਂ ਕਿ ਦੂਜੇ ਧਰਮਾਂ ਦੇ ਵਿੱਚੋਂ ਆਪਣੇ ਧਰਮ ਕੇਂਦਰਾਂ ਨੂੰ ਸਿਰਫ ਪੂਜਾ ਪਾਠ ਦੇ ਸਥਾਨਾਂ ਤੱਕ ਹੀ ਸੀਮਿਤ ਕੀਤਾ ਗਿਆ ਹੈ। ਇੱਥੇ ਇਨਸਾਨੀਅਤ ਦੀ ਇੱਕ ਮੁਕੰਮਲ ਇਨਸਾਨ ਦੀ ਗੱਲ ਕੀਤੀ ਗਈ ਹੈ। ਮਨੁੱਖ ਸੱਚ ਵਿੱਚ ਹੀ ਮਨੁੱਖ ਬਣੇ, ਸੱਚਮੁੱਚ ਹੀ ਮਨੁੱਖ ਬਣੇ, ਸ਼ਕਲ ਮਨੁੱਖਾਂ ਵਾਲੀ ਨਾ ਹੋਵੇ, ਉਹਦੇ ਅਕਲ, ਉਹਦੇ ਗੁਣ ਵੀ ਮਨੁੱਖਾਂ ਵਾਲੇ ਹੋਣ। ਜਿਹੜੇ ਭਾਈ ਵੀਰ ਸਿੰਘ ਜੀ ਨੇ ਗੱਲ ਲਿਖੀ ਹੈ ਕਿ ਅਸੀਂ ਸਾਰੇ ਪਸ਼ੂ ਸਾਂ, ਗੁਰੂ ਨਾਨਕ ਸੰਸਾਰ 'ਚ ਆਏ, ਉਹਨਾਂ ਨੇ ਸਾਨੂੰ ਪਸ਼ੂਆਂ ਤੋਂ ਮਨੁੱਖ ਬਣਾ ਦਿੱਤਾ। ਤੇ ਮੈਂ ਥੋੜੀ ਜਿਹੀ ਹੋਰ ਇਹਦੇ ਐਡੀਸ਼ਨ ਵੀ ਕਰ ਲਵਾਂ ਕਿ ਅਸੀਂ ਸਾਰੇ ਪਸ਼ੂ ਸਾਂ, ਗੁਰੂ ਨਾਨਕ ਸੰਸਾਰ ਵਿੱਚ ਆਏ, ਉਹਨਾਂ ਨੇ ਸਾਨੂੰ ਪਸ਼ੂਆਂ ਤੋਂ ਕੇਵਲ ਮਨੁੱਖ ਹੀ ਨਹੀਂ ਬਣਾਇਆ, ਸਗੋਂ ਮਨੁੱਖਾਂ ਤੋਂ ਦੇਵਤੇ ਵੀ ਬਣਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕੇਵਲ ਮਨੁੱਖ ਤੱਕ ਹੀ ਗੱਲ ਸੀਮਿਤ ਨਹੀਂ ਕੀਤੀ। ਸਾਨੂੰ ਗੁਰੂ ਨਾਨਕ ਨੇ ਐਸੀ ਘਾਟ ਸਾਡੀ ਘੜੀ ਹੈ ਕਿ ਗੁਰੂ ਨਾਨਕ ਨੇ ਸਾਡੀ ਕੋਈ ਸ਼ਕਲ ਬਦਲ ਦਿੱਤੀ, ਕਿ ਸਾਡੇ ਕੋਲ ਪਹਿਲਾਂ ਕੋਈ ਪਸ਼ੂਆਂ ਵਾਲੀ ਸ਼ਕਲ ਸੀ ਜਾਂ ਸਾਡੇ ਆਕਾਰ ਪਸ਼ੂਆਂ ਵਾਲਾ ਸੀ? ਬਿਲਕੁਲ ਨਹੀਂ। ਨਾ ਸਾਡਾ ਆਕਾਰ ਪਸ਼ੂਆਂ ਵਾਲਾ ਸੀ, ਨਾ ਸਾਡੀ ਸ਼ਕਲ ਪਸ਼ੂਆਂ ਵਾਲਾ ਸੀ, ਨਾ ਹੀ ਸਾਡੇ ਖਾਣਾ ਪਸ਼ੂਆਂ ਵਾਲਾ ਸੀ। ਇੱਕੋ ਹੀ ਗੱਲ ਸੀ, ਸਾਡਾ ਵਿਹਾਰ ਪਸ਼ੂਆਂ ਵਾਲਾ ਸੀ। ਵਿਹਾਰ ਬੰਦਾ ਬੰਦੇ ਨੂੰ ਨਫ਼ਰਤ ਕਰੇ,
ਬੰਦਾ ਬੰਦੇ ਦੇ ਮੂੰਹ ਵਿੱਚ ਥੁੱਕੇ, ਬੰਦਾ ਧਰਮ ਸਥਾਨ ਤੇ ਜਾਣ ਦੀ ਗੱਲ ਕਰੇ ਤਾਂ ਉਹਦੇ ਪੈਰ ਵੜ ਦਿੱਤੇ ਜਾਣ, ਉਹਦੇ ਕੰਨਾਂ ਵਿੱਚ ਤੇਲ ਪਾ ਕੇ ਸੁਣਨ ਦੀ ਸ਼ਕਤੀ ਖਤਮ ਕਰ ਦਿੱਤੀ ਜਾਏ, ਗੱਲ ਵਿੱਚ ਟੱਲ ਪਾ ਕੇ ਨੀਵੀਂ ਜਾਤ ਵਾਲਾ ਖੜਕਾ ਕੇ ਲੰਘੇ, ਤਦ ਕਿ ਕਿਤੇ ਉਹਦਾ ਪਰਛਾਵਾਂ ਉੱਚੀ ਜਾਤ ਉਹਦੇ ਤੇ ਨਾ ਪੈ ਜਾਏ। ਇਹ ਕੰਮ ਬੰਦਿਆਂ ਵਾਲੇ ਨਹੀਂ ਸਨ, ਇਹ ਕੰਮ ਪਸ਼ੂਆਂ ਵਾਲੇ ਹੀ ਹਨ। ਬੰਦਾ ਬੰਦੇ ਤੋਂ ਨਫ਼ਰਤ ਕਰੇ, ਬੰਦਾ ਬੰਦੇ ਨੂੰ ਬੰਦਾ ਨਾ ਸਮਝੇ। ਇੱਥੋਂ ਤੱਕ ਵੀ ਇਤਿਹਾਸਕਾਰ ਲਿਖਦੇ ਨੇ ਵੀ ਇੱਕ ਖੂਹ ਤੇ ਚੜ੍ਹ ਕੇ, ਮੌਤ ਤੇ ਚੜ੍ਹ ਕੇ ਕੁੱਤਾ ਤਾਂ ਪਾਣੀ ਪੀ ਸਕਦਾ ਸੀ, ਪਰ ਨੀਵੀਂ ਜਾਤ ਵਾਲੇ ਨੂੰ ਅਧਿਕਾਰ ਨਹੀਂ ਸੀ ਕਿ ਖੂਹ ਦੀ ਉਸ ਮੌਤ ਦੇ ਉੱਤੇ ਕਦਮ ਵੀ ਰੱਖ ਸਕਦਾ। ਪਾਣੀ ਤਾਂ ਪੀਣਾ ਬਹੁਤ ਦੂਰ ਦੀ ਗੱਲ ਸੀ। ਇਹ ਕੰਮ ਕੀ ਸੀ? ਪਸ਼ੂਆਂ ਵਾਲਾ ਸੀ, ਇਨਸਾਨਾਂ ਵਾਲਾ ਕੰਮ ਨਹੀਂ ਹੈ। ਤਾਂ ਇਹ ਪਸ਼ੂਆਂ ਵਾਲੇ ਕੰਮ ਸਨ। ਪਰ ਸਿੱਖ ਧਰਮ ਨੇ ਕੇਵਲ ਪੂਜਾ ਪਾਠ ਦਾ ਸਥਾਨ ਨਹੀਂ ਬਣਾਇਆ, ਇਨਸਾਨ ਦੀ ਮਨੁੱਖੀ ਘਾਟ ਘੜਨ ਲਈ ਗੁਰਦੁਆਰੇ ਬਣਾਏ। ਕਿਉਂ ਨਹੀਂ ਘੜੀ ਜਾਂਦੀ, ਅਗਲੇ ਸਵਾਲ ਹਨ। ਪਰ ਜੋ ਗੁਰਦੁਆਰੇ ਦਾ ਆਦਰਸ਼ ਹੈ, ਮੈਂ ਉਹ ਵਿਚਾਰ ਆਪ ਜੀ ਨਾਲ ਕਰ ਰਿਹਾ। ਇਨਸਾਨ ਮੁਕੰਮਲ ਇਨਸਾਨ ਬਣੇ, ਇਨਸਾਨ ਸੱਚਮੁੱਚ ਇਨਸਾਨ ਬਣੇ, ਇਨਸਾਨ ਦੇ ਗੁਣ ਇਨਸਾਨਾਂ ਵਾਲੇ ਹੋਣ, ਇਹ ਗੁਰਦੁਆਰੇ ਇਸ ਕਾਰਨ ਲਈ ਬਣਾਏ ਗਏ। ਜਦੋਂ ਅਸੀਂ ਦੇਖਦੇ ਹਾਂ, ਅੱਜ ਵੀ ਕੁਝ ਗੱਲਾਂ ਐਸੀਆਂ ਉੱਠਦੀਆਂ ਹਨ ਵੀ ਗੁਰਦੁਆਰੇ ਜਦੋਂ ਪੁਰਾਤਨ ਇਤਿਹਾਸ ਤੋਂ ਅਸੀਂ ਸੇਧ ਲੈਂਦੇ ਹਾਂ, ਗੁਰਦੁਆਰਿਆਂ ਦੀ ਵਰਤੋਂ ਜਦੋਂ ਪੰਥਕ ਹਿੱਤਾਂ ਲਈ ਅਸੀਂ ਕਰਦੇ ਕੁਝ ਕੀਤੀ ਜਾਂਦੀ ਹੈ, ਤੇ ਕਈ ਸਵਾਲ ਕਰ ਦਿੰਦੇ ਨੇ ਵੀ ਗੁਰਦੁਆਰਿਆਂ ਨੂੰ ਆਪਣੇ ਵਿਰਾਸੀ ਉਦੇਸ਼ਾਂ ਦੀ ਪੂਰਤੀ ਲਈ ਕਿਉਂ ਵਰਤਿਆ ਜਾ ਰਿਹਾ ਹੈ। ਮੈਂ ਬੇਨਤੀ ਕਰਾਂ, ਗੁਰਦੁਆਰੇ ਸਾਡੇ ਹਰ ਪੱਖ ਦੇ ਵਿੱਚ ਘਾਟ ਕਰਦੇ ਨੇ, ਵਿਰਾਸੀ ਘਾਟ ਵੀ ਕਰਦੇ ਆ। ਹਲੇਮੀ ਰਾਜ ਦੀ ਗੱਲ ਕੀਤੀ, ਮੈਂ ਫਿਰ ਦੁਬਾਰਾ ਗੱਲ ਦੁਹਰਾ ਰਿਹਾ। ਇੱਥੇ ਉਸ ਹਲੇਮੀ ਰਾਜ ਦੀ ਪ੍ਰਾਪਤੀ ਦੀ ਯਤਨ ਕਰਨ ਦੀ ਗੱਲ ਵੀ ਕੀਤੀ ਗਈ ਹੈ। ਸਿੱਖ ਰਵਾਇਤਾਂ, ਸਿੱਖ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸਿੱਖ ਹਰ ਵਕਤ ਤੋਂ ਮੁਕੰਮਲ ਹੋਣਾ ਚਾਹੀਦਾ ਹੈ। ਜਿਹੜੇ ਬੰਦੇ ਇਹ ਗੱਲ ਕਹਿ ਦਿੰਦੇ ਨੇ ਵੀ ਨਹੀਂ ਜੀ ਉੱਥੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਉੱਥੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਜਾਂ ਤਾਂ ਉਹ ਸਿੱਖੀ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਹਨ, ਜਾਂ ਉਹ ਜਾਣਬੁੱਝ ਕੇ ਕੋਈ ਇਹੋ ਜਿਹੀ ਗੱਲ ਕਰਦੇ ਹਨ। ਕਿਉਂਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਖੇਤਰਾਂ ਨੂੰ ਵੱਖਰੇ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਇੱਕ ਸਿੱਖ ਦੇ ਜੀਵਨ ਵਿੱਚ, ਸਿੱਖ ਦੇ ਅੰਦਰ ਇਹ ਤਿੰਨੇ ਗੁਣ ਹਨ ਜਿਹੜੇ ਹਨ ਹੋਣੇ ਚਾਹੀਦੇ ਹਨ। ਹਰੇਕ ਪੱਖ ਇੱਕ ਦੂਜੇ ਉੱਤੇ ਆਪਣਾ ਪ੍ਰਭਾਵ ਪਾਉਂਦਾ ਹੈ, ਆਪਣਾ ਅਸਰ ਪਾਉਂਦਾ ਹੈ। ਇਸ ਲਈ ਜੇ ਕੋਈ ਰਾਜਨੀਤਿਕ ਚਾਲ ਸਿੱਖਾਂ ਨੂੰ ਕਮਜ਼ੋਰ ਜਾਂ ਖਤਮ ਕਰਨ ਲਈ ਚਲਾਈ ਜਾਂਦੀ ਹੈ, ਤਾਂ ਗੁਰਦੁਆਰਿਆਂ ਵਿੱਚੋਂ ਉਹਦਾ ਵਿਰੋਧ ਹੋਣਾ ਲਾਜ਼ਮੀ ਹੈ। ਹੁਣ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਹਾਂ ਵੀ ਅਸੀਂ ਕਹਿੰਦੇ ਜੀ ਰਾਜਸੀ ਵਰਤੋਂ ਨਹੀਂ ਹੈ। ਅੱਜ ਜੇ ਕੋਈ ਰਾਜਸੀਆਂ ਚਾਲਾਂ ਅਧੀਨ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਵੇ, ਕਿ ਗੁਰਦੁਆਰਿਆਂ ਵਿੱਚ ਅਸੀਂ ਉਹਦੀ ਗੱਲ ਨਹੀਂ ਕਰਾਂਗੇ ਕਿ ਗੁਰਦੁਆਰੇ ਕੇਵਲ ਪਾਠ ਕਰਨ ਲਈ ਹਨ। ਸਾਡੇ ਕੋਲ ਕਮਿਊਨਿਟੀ ਸੈਂਟਰ ਵੀ ਹੈ, ਗੁਰਦੁਆਰਾ ਹੈ, ਜਿੱਥੇ ਆਪਣੀ ਕੌਮ ਦੇ ਫਿਊਚਰ ਤੇ ਕੌਮ ਦੇ ਭਵਿੱਖ ਨੂੰ ਘੜਨ ਦੀ ਗੱਲ ਅਸੀਂ ਕਰਨੀ ਹੈ। ਇਹ ਗੱਲ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਸ ਚੀਜ਼ ਨੂੰ ਅਸੀਂ ਵਿੱਚੋਂ ਅਲੱਗ ਕਰ ਦਈਏ, ਇੱਥੇ ਗੱਲਾਂ ਨਾ ਕਰੋ ਜੀ, ਇੱਥੇ ਇਹ ਗੱਲ ਨਾ ਕਰੋ ਜੀ, ਇਹ ਗੱਲ ਹੋ ਨਹੀਂ ਸਕਦੀ। ਜਦੋਂ ਮੁਗਲਾਂ ਨੇ ਅਤਿਆਚਾਰ ਕੀਤੇ ਤਾਂ ਕਲਗੀਧਰ ਪਾਤਸ਼ਾਹ ਜੀ ਨੇ, ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਸੀਸ ਅਨੰਦਪੁਰ ਪਹੁੰਚਿਆ, ਸੀਸਗੰਜ ਦੇ ਸਥਾਨ ਤੇ ਸਤਿਗੁਰੂ ਜੀ ਨੇ ਸੀਸ ਦਾ ਸੰਸਕਾਰ ਕੀਤਾ। ਸਾਹਮਣੇ ਬੁੰਗਾ ਸਾਹਿਬ ਦੇ ਵਿੱਚ ਖੜੇ ਹੋ ਕੇ ਗੱਲ ਕਹੀ ਸੀ, ਗੁਰਦੁਆਰੇ ਦੇ ਬਿਲਕੁਲ ਬਾਹਰ, ਕਿ ਹਕੂਮਤ ਇਹ ਚਾਹੁੰਦੀ ਹੈ ਕਿ ਕੋਈ ਸਿਰ ਤੇ ਪੱਗ ਬੰਨ੍ਹ ਨਹੀਂ ਸਕਦਾ, ਸਿਰ ਤੇ ਕੇਸ ਰਹਿ ਨਹੀਂ ਦੇਣੇ, ਪਰ ਮੇਰੇ ਸਿੱਖ ਆਪਣੇ ਸਿਰਾਂ ਤੇ ਦੋਹਰੀਆਂ ਦਸਤਾਰਾਂ ਸਜਾਉਣਗੇ। ਹਕੂਮਤ ਇਹ ਗੱਲ ਆਖਦੀ ਹੈ ਘਰ ਵਿੱਚ ਘੋੜਾ ਰੱਖ ਨਹੀਂ ਸਕਦਾ, ਪਰ ਮੈਂ ਐਲਾਨ ਕਰਦਾ ਹਾਂ ਕਿ ਮੇਰੇ ਸਿੱਖ ਘੋੜਿਆਂ ਦੇ ਸ਼ਾਹ ਸਵਾਰ ਬਣਨਗੇ। ਹਕੂਮਤ ਇਹ ਗੱਲ ਕਹਿੰਦੀ ਹੈ ਕਿਸੇ ਨੂੰ ਢੋਲ ਵਜਾਉਣ ਦੀ ਇਜਾਜ਼ਤ ਨਹੀਂ,
ਕੋਈ ਘਰ 'ਚ ਢੋਲ ਨਹੀਂ ਵਜਾ ਸਕਦਾ, ਪਰ ਇਸ ਆਨੰਦਪੁਰੀ ਵਿੱਚ ਰਣਜੀਤ ਨਗਾਰੇ ਵੱਜਣਗੇ, ਨਗਾਰੇ ਗੂੰਜਣਗੇ। ਹਕੂਮਤ ਇਹ ਗੱਲ ਕਹਿੰਦੀ ਹੈ ਕਿ ਇੱਥੇ ਕੋਈ ਹੱਥ ਵਿੱਚ ਝੰਡਾ ਲੈ ਕੇ ਤੁਰ ਨਹੀਂ ਸਕਦਾ, ਲੇਕਿਨ ਕਲਗੀਧਰ ਪਾਤਸ਼ਾਹ ਦਾ 9 ਸਾਲ ਦੀ ਉਮਰ ਵਿੱਚ ਐਲਾਨ ਹੈ ਕਿ ਇੱਥੇ ਆਨੰਦਪੁਰ ਦੀ ਨਗਰੀ ਵਿੱਚ ਨਿਸ਼ਾਨ ਝੂਲਣਗੇ, ਔਰ ਝੂਲਦੇ ਹਨ। ਨਗਾਰੇ ਵੀ ਵੱਜੇ, ਉਹ ਨਿਸ਼ਾਨ ਅੱਜ ਵੀ ਝੂਲਦੇ ਹਨ। ਇਸੇ ਵਰਗੀ ਗੱਲ ਕਹੀ ਜਾਂਦੀ ਹੈ, ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅੱਜ ਵੀ ਇਹ ਗੱਲ ਦੁਹਰਾਈ ਜਾਂਦੀ ਹੈ। ਉਸ ਝੂਲਦੇ ਹੋਏ ਨਿਸ਼ਾਨਾਂ ਵਿੱਚ ਸਿੱਖੀ ਦੀ ਜਾਨ ਹੈ, ਸਿੱਖੀ ਦਾ ਜੀਵਨ ਹੈ। ਝੂਲਦੇ ਹੋਏ ਨਿਸ਼ਾਨਾਂ ਵਿੱਚ ਸਿੱਖੀ ਦੀ ਅਣਖ ਹੈ। ਝੂਲਦੇ ਹੋਏ ਨਿਸ਼ਾਨਾਂ ਵਿੱਚ ਸਿੱਖੀ ਦੀ ਆਪਣੀ ਆਬਰੂ ਛੁਪੀ ਹੋਈ ਹੈ। ਜਦੋਂ ਇਹ ਸੀਸ ਝੂਲਦੇ ਹੋਏ ਨਿਸ਼ਾਨ ਝੁਕ ਜਾਣਗੇ, ਉਦੋਂ ਸਮਝਣਾ ਸਾਡੀ ਆਬਰੂ ਵੀ ਖਤਮ ਕਰ ਦਿੱਤੀ ਗਈ ਹੈ। ਇਸ ਵਾਸਤੇ ਇਹ ਗੱਲ ਕਰਨੀ ਵੀ ਨਹੀਂ, ਗੁਰਦੁਆਰੇ 'ਚ ਕੇਵਲ ਧਰਮ ਦੀ ਗੱਲ ਹੀ ਹੋਣੀ ਚਾਹੀਦੀ ਹੈ। ਇਹ ਸਾਡੇ ਅਸਲ ਵਿੱਚ ਸਾਡੇ ਕੌਮ ਨੂੰ ਕਮਜ਼ੋਰ ਕਰਨ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਰਾਜਨੀਤਿਕ, ਜਦੋਂ ਵੀ ਰਾਜਾ, ਪਰ ਜਦੋਂ ਵੀ ਕੋਈ ਸਰਕਾਰਾਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਕੋਈ ਚਾਲਾਂ ਚੱਲਦੀਆਂ ਹਨ, ਤਾਂ ਗੁਰਦੁਆਰਿਆਂ ਵਿੱਚ ਉਹਦਾ ਵਿਰੋਧ ਹੋਣਾ ਜ਼ਰੂਰੀ ਹੈ, ਕਰਨਾ ਵੀ ਚਾਹੀਦਾ ਹੈ, ਲਾਜ਼ਮੀ ਹੈ। ਕਿਉਂਕਿ ਗੁਰਦੁਆਰਿਆਂ ਦਾ ਮੁੱਖ ਮੰਤਵ ਜਿਹੜਾ ਸੀ, ਉਹ ਸਤਿਗੁਰਾਂ ਦੀ ਵਿਚਾਰਧਾਰਾ ਦਾ ਪ੍ਰਸਾਰ ਕਰਨਾ ਤੇ ਸਿੱਖੀ ਧਰਮ ਦੀ ਚੜ੍ਹਦੀ ਕਲਾ ਕਰਨੀ ਹੈ। ਗੁਰਦੁਆਰਿਆਂ ਦਾ ਹੋਰ ਮੰਤਵ ਬਿਲਡਿੰਗਾਂ ਬਣਾਉਣਾ ਨਹੀਂ, ਸੰਗਮਰਮਰ ਲਾਉਣਾ ਨਹੀਂ। ਗੁਰਦੁਆਰਿਆਂ ਦਾ ਮਤਲਬ ਕਿ ਇੱਥੋਂ ਤੱਕ ਸੀਮਿਤ ਨਹੀਂ ਹੈ ਵੀ ਅਸੀਂ ਨਿਤਨੇਮ ਕਰਕੇ ਬਸ ਬਾਹਰ ਆ ਜਾਈਏ। ਇਹ ਗੁਰਦੁਆਰਿਆਂ ਦਾ ਮੰਤਵ ਗੁਰੂ ਸਾਹਿਬਾਨ ਦੇ ਵਿੱਚੋਂ ਬਖਸ਼ੀ ਹੋਈ ਜੋ ਵਿਚਾਰਧਾਰਾ ਹੈ, ਉਹਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਅਤੇ ਸਿੱਖ ਧਰਮ ਦੇ ਝੂਲਦੇ ਨਿਸ਼ਾਨ ਜਿਹੜੇ ਚੜ੍ਹਦੀ ਕਲਾ ਦੀ ਗੱਲ ਕੀਤੀ ਗਈ ਹੈ, ਉਹਨੂੰ ਕਾਇਮ ਰੱਖਣਾ, ਇਹ ਗੁਰਦੁਆਰਿਆਂ ਦਾ ਮੁੱਖ ਮੰਤਵ ਹੈ। ਕਈ ਵਾਰੀ ਜਿਹੜੇ ਲੋਕ ਰਾਜਸੀ ਇਹਦੀ ਵਰਤੋਂ ਦੇ ਖਿਲਾਫ ਆਵਾਜ਼ ਚੁੱਕਦੇ ਨੇ, ਜਾਂ ਕਹਿ ਦਿੰਦੇ ਨੇ ਕਿ ਨਹੀਂ ਜੀ, ਇਹਦਾ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ, ਜੋ ਮੇਰੀ ਵਿਚਾਰ ਹੈ, ਕਿ ਉਹ ਭਗਤੀ ਦੀ ਸ਼ਕਤੀ ਦੇ ਜਾਂ ਸੁਮੇਲ ਜਿਹੜਾ ਸਿੱਖਾਂ ਵਿੱਚ ਕੀਤਾ ਗਿਆ, ਉਹ ਤੋਂ ਅਣਜਾਣ ਹਨ, ਪੂਰੇ ਹਨ। ਕਿਉਂਕਿ ਭਾਰਤੀ ਧਰਮਾਂ ਦੇ ਵਿੱਚ ਭਗਤੀ ਤੇ ਸ਼ਕਤੀ ਵੱਖਰੇ ਵੱਖਰੇ ਵਿਰੋਧੀ ਗੁਣ ਮੰਨੇ ਗਏ ਸਨ। ਇਸ ਲਈ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਵਿੱਚ ਉਹਨਾਂ ਦੇ ਪੈਰੋਕਾਰ ਸਿੱਖੀ ਵਿੱਚ ਭਗਤੀ ਤੇ ਸ਼ਕਤੀ ਦੇ ਸੁਮੇਲ ਤੋਂ ਹੈਰਾਨ ਹੁੰਦੇ ਹਨ। ਉਹਨਾਂ ਦੇ ਅੰਦਰ ਇਹ ਗੱਲ ਪੱਕੀ ਸੀ ਵੀ ਭਗਤੀ ਵੀ ਸ਼ਕਤੀ ਦਾ ਕੋਈ ਥਾਂ ਨਹੀਂ ਹੋਣਾ ਚਾਹੀਦਾ। ਪਰ ਗੁਰੂ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਉਸ ਵੇਲੇ ਹੋ ਗਿਆ ਸੀ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਰ ਦੇ ਹਮਲੇ 'ਚ ਲੋਕਾਂ ਦੀ ਅਗਵਾਈ ਕੀਤੀ ਸੀ। ਜਦੋਂ ਬਾਬਰ ਨੇ ਹਮਲਾ ਕੀਤਾ, ਲੋਕਾਂ ਦੀ ਅਗਵਾਈ ਕੀਤੀ, ਲੋਕ ਆਵਾਜ਼ ਨੂੰ ਚੁੱਕਿਆ, ਪਰ ਬਾਬਰ ਨੂੰ ਜਾਬਰ ਕਿਹਾ, ਬੰਦੀ ਖਾਨੇ ਵਿੱਚ ਪੈਣਾ ਪਿਆ। ਸਤਿਗੁਰੂ ਜੀ ਨੇ ਬੇਖੌਫ ਹੋ ਕੇ, ਬੇਝਿਜਕ ਹੋ ਕੇ, ਨਿਡਰ ਹੋ ਕੇ ਪਠਾਨ ਹਾਕਮਾਂ ਨੂੰ ਆਪਣੇ ਰਾਜਨੀਤਿਕ ਤੇ ਮਨੁੱਖੀ ਫਰਜ਼ਾਂ ਦੇ ਲਈ ਪ੍ਰੇਰਿਆ ਸੀ। ਤੁਹਾਡੇ ਮਨੁੱਖੀ ਫਰਜ਼ ਕਿਹੜੇ ਹਨ? ਰਾਜ ਦਾ ਮਨੋਰਥ ਕੀ ਹੁੰਦਾ ਹੈ? ਰਾਜ ਦਾ ਮਤਲਬ ਕੀ ਹੁੰਦਾ ਹੈ? ਇਹ ਆਵਾਜ਼ ਗੁਰੂ ਨਾਨਕ ਦੇਵ ਮਹਾਰਾਜ ਨੇ ਚੁੱਕੀ ਸੀ ਉਸ ਵੇਲੇ। ਰਾਜਨੀਤੀ ਚੋਂ ਅਗਵਾਈ ਦੇ ਕੇ ਗੁਰੂ ਸਾਹਿਬ ਜੀ ਨੇ ਸਿੱਧਾ ਦਖਲ ਦਿੱਤਾ ਸੀ ਉਸ ਵੇਲੇ। ਤੇ ਗੁਰੂ ਸਾਹਿਬ ਜੀ ਜਿਹੜੀ ਇਹ ਗੱਲ ਸਾਨੂੰ ਕਹਿੰਦੇ ਹਨ, ਕਿਸੇ ਵੀ ਪ੍ਰਭੂ ਦੇ ਪਿਆਰੇ ਨੇ ਪਹਿਲਾਂ ਇਹ ਗੱਲ ਨਹੀਂ ਸੀ ਕਹੀ, ਕਲ ਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ। ਕਿਸੇ ਨੇ ਨਹੀਂ ਸੀ ਗੱਲ ਕਹੀ, ਜਾਂ ਇਹ ਗੱਲ ਕਿਸੇ ਨੇ ਨਹੀਂ ਸੀ ਕਹੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਏ ਬੈਠੇ ਸੁੱਤੇ। ਕਿਸੇ ਨੇ ਗੱਲ ਨਹੀਂ ਸੀ ਕਹੀ, ਗੁਰੂ ਨਾਨਕ ਨੇ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕੀਤੀ। ਗੁਰੂ ਨਾਨਕ ਦੇ ਘਰ ਨੇ ਸਭ ਤੋਂ ਪਹਿਲਾਂ ਇਹ ਗੱਲ ਚੁੱਕੀ। ਜਦੋਂ ਪੰਜਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ ਛੇਵੇਂ ਪਾਤਸ਼ਾਹ ਨੇ ਗੁਰਗੱਦੀ ਤੇ ਬੈਠਣ ਲੱਗਿਆ, ਜਦੋਂ ਸਿੱਖਾਂ ਨੇ ਸਵਾਲ ਕੀਤਾ ਸੀ, ਪਾਤਸ਼ਾਹ ਜੀ ਸ਼ਸਤਰਾਂ ਦੀ ਕੀ ਸਿੱਖੀ ਵਿੱਚ ਮਹਾਨਤਾ ਹੈ? ਗੁਰੂ ਅਰਜਨ ਦੇਵ ਮਹਾਰਾਜ ਦਾ ਜਵਾਬ ਸੀ, ਅਸੀਂ ਜੋ ਸ਼ਸਤਰ ਪਹਿਨਣੇ ਹਨ ਉਹ ਗੁਰੂ ਹਰਗੋਬਿੰਦ ਦੇ ਰੂਪ ਵਿੱਚ ਪਹਿਨਣੇ ਹਨ। ਮੀਰੀ ਤੇ ਪੀਰੀ ਦੀਆਂ ਤਲਵਾਰਾਂ ਰੱਖਣੀਆਂ ਹਨ। ਮੀਰੇ ਦੇ ਨਾਲ ਸ਼ਬਦ ਨਾਲ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ, ਤੇ ਸ਼ਸਤਰ ਨਾਲ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ, ਮੀਰ ਦੀ ਮੀਰੀ ਖਿੱਚ ਲੈਣੀ ਹੈ।
ਸ਼ਬਦ ਨਾਲ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ, ਔਰ ਸ਼ਸਤਰ ਨਾਲ ਪ੍ਰੀਤ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ ਹੈ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਦਾ ਹੈ, ਜਦੋਂ ਉਹਨਾਂ ਨੂੰ ਲਾਹੌਰ ਜਾਣ ਦੀ ਗੱਲ ਕੀਤੀ ਗਈ। ਦੋ ਕਿਰਪਾਨਾਂ ਪਹਿਨੀਆਂ ਗਈਆਂ, ਭਗਤੀ ਤੇ ਸ਼ਕਤੀ ਦਾ ਸੁਮੇਲ ਉਗੜ ਕੇ ਸਾਹਮਣੇ ਆ ਗਿਆ। ਤਾਂ ਗੁਰਦੁਆਰੇ ਕੇਵਲ ਧਾਰਮਿਕ ਪੂਜਾ ਪਾਠ ਦੇ ਕੇਂਦਰ ਨਹੀਂ ਹਨ। ਗੁਰਦੁਆਰੇ ਸਾਡੇ ਭਗਤੀ ਤੇ ਸ਼ਕਤੀ ਦੇ ਸੁਮੇਲ ਹਨ। ਉੱਥੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਨੇ ਇਸ ਸਿਧਾਂਤ ਨੂੰ ਹੋਰ ਸਾਨੂੰ ਪੱਕਾ ਕਰਕੇ ਦੱਸਿਆ। ਅਕਾਲ ਤਖਤ ਸਾਹਿਬ ਉੱਤੇ ਨਿਸ਼ਾਨ ਸਾਹਿਬ ਵਿੱਚ ਦੋ ਚਲਾਏ, ਇੱਕ ਅਧਿਆਤਮਿਕ ਪ੍ਰਭੁਤਾ ਦਾ, ਭਗਤੀ ਦਾ, ਤੇ ਦੂਜਾ ਸੰਸਾਰਕ ਪ੍ਰਭੁਤਾ ਦਾ, ਰਾਜਨੀਤੀ ਦਾ ਪ੍ਰਤੀਕ ਸੀ, ਜਿਹੜਾ ਨਿਸ਼ਾਨ ਝੁਲਦਾ ਹੈ। ਉੱਥੇ ਜਿਹੜੇ ਨਿਸ਼ਾਨ ਝੁਲਦੇ ਹਨ, ਪਰ ਭਗਤੀ ਦੇ ਨਿਸ਼ਾਨ ਨੂੰ, ਪੀਰੀ ਦੇ ਨਿਸ਼ਾਨ ਨੂੰ ਮੀਰੀ ਦੇ ਨਿਸ਼ਾਨ ਤੋਂ ਉੱਚਾ ਰੱਖਿਆ ਗਿਆ। ਪੀਰੀ ਦੇ ਅਧੀਨ ਜਿਹੜੀ ਮੀਰੀ ਚੱਲੇਗੀ, ਸਿੱਖੀ ਦਾ ਜੋ ਸਿਧਾਂਤ ਹੈ, ਮੀਰੀ ਦੇ ਅਧੀਨ ਪੀਰੀ ਨਹੀਂ ਚੱਲ ਸਕਦੀ। ਉਹ ਸਿਧਾਂਤ ਸਿੱਖੀ ਨੇ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਜੋ ਜੀਵਨ ਕਾਲ ਨੂੰ ਅਸੀਂ ਦੇਖਦੇ ਹਾਂ, ਬੜੇ ਕਸ਼ਟ ਸਹਿ ਕੇ, ਤਕਲੀਫਾਂ ਸਹਿ ਕੇ ਆਪਣੀ ਕੁਰਬਾਨੀ ਦਿੱਤੀ, ਪਰ ਜ਼ਾਲਮ ਤੇ ਅਤਿਆਚਾਰੀ ਰਾਜਿਆਂ ਦੇ ਉੱਤੇ ਦਾ ਜਦੋਂ ਕੋਈ ਅਸਰ ਨਹੀਂ ਹੋਇਆ, ਜਿਹਨੂੰ ਜਹਾਂਗੀਰ ਅਸੀਂ ਕਹਿੰਦੇ ਹਾਂ, ਉਸਦੇ ਸੁਭਾਅ ਨੂੰ ਬਦਲਣ ਦੀ ਫਿਰ ਸ਼ਕਤੀ ਦੀ ਲੋੜ ਪਈ। ਪ੍ਰਭੂ ਭਗਤੀ ਵਿੱਚ ਮਸਤ ਰਹਿਣ ਵਾਲੇ ਉਹਨਾਂ ਪਿਆਰਿਆਂ ਨੇ, ਗੁਰਮੁਖਾਂ ਨੇ ਤਲਵਾਰ ਦੀ ਮੁੱਠ ਨੂੰ ਹੱਥ ਪਾਇਆ। ਮੁਗਲਾਂ ਨੂੰ ਦੇ ਨਾਲ 4 ਯੁੱਧਾਂ ਕੀਤੀਆਂ 6ਵੇਂ ਪਾਤਸ਼ਾਹ ਦੇ ਵੇਲੇ, ਔਰ 4 ਵਿੱਚ ਸਤਿਗੁਰ ਦੇ ਗੁਰੂ ਹਰਗੋਬਿੰਦ ਮਹਾਰਾਜ ਦੀ ਜਿੱਤ ਹੋਈ, ਜਿਹਦਾ ਰਿਜ਼ਲਟ ਇਹ ਸੀ ਕਿ 7ਵੇਂ ਤੇ 8ਵੇਂ ਪਾਤਸ਼ਾਹ ਦੇ ਵੇਲੇ ਤੱਕ ਇਹ ਸ਼ਾਂਤੀ ਵਰਤਦੀ ਰਹੀ। ਹਕੂਮਤ ਜਿਹੜੀ ਸੀ ਕਮਜ਼ੋਰ ਹੋ ਗਈ। 9ਵੇਂ ਪਾਤਸ਼ਾਹ ਜੀ ਦੇ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਕੱਟੜ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਫਿਰ ਅਤਿਆਚਾਰਾਂ ਦੀ ਝੜੀ ਲਾ ਦਿੱਤੀ। ਮਨੁੱਖੀ ਹੱਕਾਂ ਦੀ ਖਾਤਰ, ਕਿਸੇ ਖਾਸ ਮਜ਼ਹਬ ਦੀ ਖਾਤਰ ਨਹੀਂ। ਅਸੀਂ ਸਤਿਗੁਰ ਦੀ ਸ਼ਹਾਦਤ ਨੂੰ ਬਹੁਤ ਛੋਟਾ ਜਿਹਾ ਕਰਕੇ ਦੇਖਦੇ ਹਾਂ। ਤਿਲਕ ਜੰਜੂ ਦੀ ਰਾਖੀ, ਸਤਿਗੁਰ ਨੇ ਮਨੁੱਖੀ ਹੱਕਾਂ ਦੀ ਖਾਤਰ ਕੁਰਬਾਨੀ ਦਿੱਤੀ ਸੀ। ਹਿਊਮਨ ਰਾਈਟਸ ਦੀ ਗੱਲ ਜਿਹੜੀ ਅੱਜ ਕਰਦਾ ਸੰਸਾਰ, ਉਹ ਹਿਊਮਨ ਰਾਈਟਸ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਕੇ ਦਿੱਤੀ। ਅਸੀਂ ਤਾਂ ਹਿਊਮਨ ਰਾਈਟਸ ਦੇ ਸ਼ੁਰੂ ਤੋਂ ਲੰਬਰਦਾਰ ਰਹੇ ਹਾਂ। ਹਿਊਮਨ ਰਾਈਟਸ ਦੀ ਗੱਲ ਗੁਰਦੁਆਰਿਆਂ 'ਚ ਕੀਤੀ, ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਜਦੋਂ ਬਾਬਰ ਨੂੰ ਜਾਬਰ ਕਹਿ ਦਿੱਤਾ। ਹਮਾਜੂ ਦੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਉਹ ਝੁਕਣ ਤੋਂ ਇਨਕਾਰ ਕਰ ਦਿੱਤਾ। ਹਿਊਮਨ ਰਾਈਟਸ ਦੀ ਗੱਲ ਉਦੋਂ ਕੀਤੀ ਜਦੋਂ ਲਾਹੌਰ ਦੀਆਂ ਗਲੀਆਂ ਮੁਰਦਿਆਂ ਨਾਲ ਭਰ ਗਈਆਂ ਸਨ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਦਸਵੰਧ ਦੀ ਸਾਰੀ ਮਾਇਆ ਉਹਨਾਂ ਉੱਤੇ ਖਰਚ ਕਰ ਦਿੱਤੀ। ਹਿਊਮਨ ਰਾਈਟਸ ਦੀ ਗੱਲ ਉੱਥੇ ਬਣਦੀ ਹੈ। ਔਰ 6ਵੇਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਤੱਖ ਨਜ਼ਾਰਾ ਸਾਡੇ ਸਾਹਮਣੇ ਹੈ। ਰਾਜ ਦੇ ਨਸ਼ੇ ਵਿੱਚ ਅੰਨਾ ਹੋਇਆ ਹੈ ਬਾਦਸ਼ਾਹ ਔਰੰਗਜ਼ੇਬ ਜਿਹੜਾ ਸੀ, ਉਹ ਦੂਜਿਆਂ ਦੇ ਜੀਣ ਦੇ ਹੱਕ ਨੂੰ ਖੋ ਰਿਹਾ ਸੀ। ਤਾਂ ਫਿਰ ਇਹ ਕਿਹਾ ਜਾਂਦਾ ਹੈ, ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ। ਜਿਹੜੀ ਕਹਾਵਤ ਹੈ, ਸਿੱਖਾਂ ਨੇ ਹਥਿਆਰ ਚੁੱਕੇ ਔਰ ਉਹਦੇ ਜ਼ੁਲਮ ਨੂੰ ਠੰਡ ਪਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕਰਕੇ ਹਮੇਸ਼ਾ ਲਈ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਲਈ, ਧਾਰਮਿਕ ਕਦਰ ਕੀਮਤਾਂ ਦੇ ਪ੍ਰਸਾਰ ਲਈ ਅਤੇ ਜ਼ਬਰ ਜ਼ੁਲਮ ਦੇ ਵਿਰੋਧ ਲਈ ਅਕਾਲ ਪੁਰਖ ਦੀ ਫੌਜ ਕਾਇਮ ਕਰ ਦਿੱਤੀ। ਪਰ ਖਾਲਸਾ ਪਰਮਾਤਮ ਕੀ ਮੌਜ ਦੀ ਗੱਲ ਕੀਤੀ। ਖਾਲਸਾ ਅਕਾਲ ਪੁਰਖ ਕੀ ਫੌਜ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਔਰ ਪਰਮਾਤਮ ਦੀ ਮੌਜ ਵਿੱਚ ਉਹਨੂੰ ਪੈਦਾ ਹੋਇਆ ਦੱਸਿਆ, ਜਿਸ ਖਾਲਸੇ ਦੀ ਗੱਲ ਕੀਤੀ ਗਈ। ਆਪ ਜੀ ਨੇ ਇਹ ਦੇਖ ਲਿਆ ਕਿ ਜਦੋਂ ਸ਼ਾਂਤਮਈ ਢੰਗਾਂ ਦੇ ਨਾਲ ਜ਼ਾਲਮ ਸੰਧੇ ਰਾਹ ਨਾ ਪਵੇ ਤਾਂ ਫਿਰ ਸ਼ਕਤੀ ਦੀ ਵਰਤੋਂ ਕਰਨੀ ਬਿਲਕੁਲ ਜਾਇਜ਼ ਹੈ। ਜ਼ਫਰਨਾਮੇ ਵਿੱਚ ਇਹ ਗੱਲ ਸਤਿਗੁਰੂ ਜੀ ਨੇ ਕੀਤੀ, ਜਦੋਂ ਸ਼ਾਂਤੀ ਦੇ ਸਾਰੇ ਹਥਿਆਰ ਖਤਮ ਹੋ ਜਾਣ ਤਾਂ ਫਿਰ ਤਲਵਾਰ ਦੀ ਮੁੱਠ ਨੂੰ ਹੱਥ ਪਾਉਣਾ ਇਨਸਾਨ ਦਾ ਮੁੱਢਲਾ ਫਰਜ਼ ਹੈ। ਇਸ ਲਈ ਅਸੀਂ ਇਹ ਗੱਲ ਕਹੀਏ, ਗੁਰਦੁਆਰਿਆਂ ਨੂੰ ਪੰਥਕ ਹਿੱਤਾਂ ਲਈ ਵਰਤਨ ਵਿੱਚ ਕੋਈ ਮਨਾਹੀ ਨਹੀਂ ਕੀਤੀ ਗਈ, ਪਰ ਪੰਥਕ ਹਿੱਤਾਂ ਨੂੰ ਵਰਤਨ ਲੱਗਿਆ ਸਾਨੂੰ ਨਿੱਜੀ ਮਫਾਦ ਤੋਂ ਉੱਪਰ ਉੱਠਣਾ ਪਵੇਗਾ। ਮੈਂ ਗੁਰਦੁਆਰੇ ਦੀ ਗੱਲ ਕਰ ਰਿਹਾ ਸੀ। ਗੁਰਦੁਆਰੇ ਭਗਤੀ ਤੇ ਸ਼ਕਤੀ ਦੇ ਕੇਂਦਰ ਹਨ, ਸੋਮੇ ਹਨ।
ਹੁਣ ਥੋੜੀ ਜਿਹੀ ਗੱਲ ਗੁਰਦੁਆਰਾ ਪ੍ਰਬੰਧ ਦੇ ਵੱਲ ਆਪਾਂ ਤੋਰਦੇ ਹਾਂ। ਬੇਸਿਕ ਜੋ ਗੁਰਦੁਆਰੇ ਦਾ ਇੱਕ ਡੈਫੀਨੇਸ਼ਨ ਹੈ ਜਾਂ ਗੁਰਦੁਆਰੇ ਦਾ ਉਦੇਸ਼ ਕੀ ਹੈ, ਗੁਰਦੁਆਰੇ ਕਿਉਂ ਬਣਾਉਣੇ ਹਨ ਜਾਂ ਕਿਉਂ ਬਣਨੇ ਚਾਹੀਦੇ ਹਨ, ਉਹ ਵਿਚਾਰ ਆਪਾਂ ਥੋੜੀ ਜਿਹੀ ਕੀਤੀ ਹੈ। ਥੋੜਾ ਜਿਹਾ ਹੁਣ ਗੁਰਦੁਆਰਾ ਪ੍ਰਬੰਧ ਦੀ ਗੱਲ ਵੀ ਨਾਲ ਨਾਲ ਕਰਦੇ ਚੱਲੀਏ। ਗੁਰਦੁਆਰਿਆਂ ਦੀ ਇੰਨੀ ਮਹਾਨਤਾ ਹੈ, ਜਿੱਥੇ ਸਿੱਖ ਦੀ ਅਰਦਾਸ ਵਿੱਚ ਵੀ ਅੱਜ ਸ਼ਬਦ ਅਸੀਂ ਵਰਤਦੇ ਹਾਂ ਵੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਅੱਜ ਵੀ ਅਸੀਂ ਵਰਤਦੇ ਹਾਂ। ਇਹਦਾ ਮਤਲਬ ਇਹ ਮਹਾਨਤਾ ਦੇ ਕਾਰਨ ਹੀ ਇਹਨਾਂ ਦਾ ਪ੍ਰਬੰਧ ਤੇ ਮਰਿਆਦਾ ਵੱਲ ਖਾਸ ਧਿਆਨ ਦੇਣ ਦੀ ਸਾਨੂੰ ਲੋੜ ਹੈ, ਜ਼ਰੂਰੀ ਹੈ। ਜੇ ਅਸੀਂ ਇਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ ਤੇ ਇਹਦਾ ਮਤਲਬ ਇਹਦੇ ਵਿੱਚ ਸ਼ੁੱਧਤਾ ਤੇ ਖਾਲਸ ਵਿਚਾਰਧਾਰਾ ਹੋਣੀ ਚਾਹੀਦੀ ਹੈ, ਔਰ ਇਹਦੇ ਦੀ ਮਰਿਆਦਾ ਦਾ ਪੱਖ ਤੇ ਇਹਦੇ ਅਧਿਆਤਮਿਕ ਪੱਖ ਹੋਣਾ ਵਿੱਚ ਖਾਸ ਧਿਆਨ ਦੇਣ ਦੀ ਸਾਨੂੰ ਲੋੜ ਹੈ। ਗੁਰੂ ਸਾਹਿਬਾਨ ਦੇ ਵੇਲੇ ਗੁਰਦੁਆਰਿਆਂ ਦੀ ਦੇਖਭਾਲ ਸਥਾਨਕ ਸੰਗਤਾਂ ਕਰਦੀਆਂ ਸਨ। ਕੋਈ ਖਾਸ ਕਮਿਊਨਿਟੀ ਜਾਂ ਖਾਸ ਜਮਾਤ ਨਹੀਂ ਸੀ ਹੁੰਦੀ। ਗੁਰਦੁਆਰਿਆਂ ਦੀ ਸੇਵਾ ਦੇ ਸਧਾਰਨ ਪ੍ਰਬੰਧ ਗੁਰੂ ਸਾਹਿਬ ਜਿਹੇ ਗੁਰਸਿੱਖਾਂ ਦੇ ਹਵਾਲੇ ਸੁਪਰਦ ਕਰਦੇ ਜਾਂਦੇ ਸਨ, ਜੋ ਹੋਰਨਾਂ ਲਈ ਵੀ ਸਿੱਖੀ ਦਾ ਨਮੂਨਾ ਬਣ ਕੇ ਆਪਣਾ ਜੀਵਨ ਗੁਜ਼ਾਰਦੇ। ਮਤਲਬ ਇੱਕ ਰੋਲ ਮਾਡਲ ਜਿਹਨੂੰ ਅਸੀਂ ਕਹਿੰਦੇ ਆ, ਉਹ ਗੁਰਸਿੱਖ ਸਨ, ਜਿਹੜੇ ਆਪਣੀ ਕਿਰਤ ਬਿਰਤ ਕਰਦੇ ਹੋਏ ਗੁਰਦੁਆਰਿਆਂ ਦੇ ਵਿੱਚ ਇਹ ਸੇਵਾ ਜਿਹੜੀ ਸੀ ਨਿਭਾਉਂਦੇ ਸਨ। ਫਿਰ ਕੇਵਲ ਰੋਲ ਮਾਡਲ ਹੀ ਨਹੀਂ ਸੀ ਬਣਦੇ, ਉਹ ਆਪਣੀ ਕਥਨੀ ਤੇ ਕਰਨੀ ਦੇ ਇੱਕ ਪੂਰਨੇ ਇੱਕ ਛਾਪ ਛੱਡਦੇ ਸਨ ਤੇ ਉਹਦੇ ਵਿੱਚੋਂ ਉਪਦੇਸ਼ ਦੇ ਕੇ ਧਰਮ ਪ੍ਰਚਾਰ ਕਰਨ ਦੀ ਯੋਗਤਾ ਰੱਖਦੇ ਸਨ। ਜਿਹੜੇ ਜਿਹਨਾਂ ਨੂੰ ਅੱਜ ਅਸੀਂ ਕਹਿ ਦਿੰਦੇ ਹਾਂ ਜੀ ਭਾਈ ਠੀਕ ਨਹੀਂ ਬੋਲਦੇ, ਪ੍ਰਬੰਧਕ ਠੀਕ ਨਹੀਂ ਕਰਦੇ ਜਾਂ ਫਲਾਣਾ ਕੁਛ ਨਹੀਂ ਹੋ ਰਿਹਾ, ਪਰ ਜਦੋਂ ਗੁਰੂ ਸਾਹਿਬ ਦਾ ਜਿਹੜਾ ਆਦਰਸ਼ ਸੀ, ਉੱਥੇ ਹਰ ਸਿੱਖ ਲਈ ਇਹ ਹੁਕਮ ਸੀ ਵੀ ਇੱਥੇ ਜਿਹੜਾ ਗੁਰੂ ਘਰ ਦੇ ਵਿੱਚ ਆਉਂਦਾ ਉਹਦੇ ਜੀਵਨ ਦੀ ਕਾਢ ਤੇ ਇਹੋ ਜਿਹੀ ਘੜੀ ਜਾਣੀ ਚਾਹੀਦੀ ਹੈ ਜਿਹੜਾ ਕਥਨੀ ਤੇ ਕਰਨੀ ਦੇ ਵਿੱਚ ਪੂਰਾ ਹੋਵੇ, ਉਹਦੀ ਕਥਨੀ ਕਰਨੀ ਪੂਰੀ ਹੋਵੇ। ਹਰ ਸਿੱਖ ਸਾਡਾ ਪ੍ਰਚਾਰਕ ਹੈ, ਹਰ ਸਿੱਖ ਦੇ ਜੀਵਨ ਵਿੱਚੋਂ ਉਹਦੀ ਖੁਸ਼ਬੂ ਆਵੇ, ਹਰ ਸਿੱਖ ਦੇ ਜੀਵਨ ਵਿੱਚੋਂ ਉਹ ਖੁਸ਼ਬੂ ਆਵੇ। ਇਹ ਜਿਹੜੇ ਉੱਚੇ ਦਰਜੇ ਦੇ ਵਿਦਵਾਨ ਹੋਣ ਸੰਗਤ ਵਿੱਚ ਸਿੱਖਾਂ ਦੀ ਇਹੋ ਜਿਹੀ ਕਾਢ ਘੜੀ ਜਾਵੇ, ਜਿਹੜੇ ਗੁਰਮਤ ਦੇ ਤੇ ਸਿੱਖੀ ਰਹਿਤ ਵਿੱਚ ਪੱਕੇ ਹੋਣ, ਉੱਚੇ ਸੁੱਚੇ ਆਚਰਨ ਦੇ ਮਾਲਕ ਹੋਣ। ਤੇ ਪਹਿਲਾਂ ਇਹੋ ਹੀ ਹੁੰਦਾ ਸੀ ਜਦੋਂ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਇਹ ਸੰਗਤਾਂ ਕਾਇਮ ਕੀਤੀਆਂ। ਇਸ ਤਰ੍ਹਾਂ ਦੇ ਸਿੱਖੀ ਦੇ ਜਿਹੜੇ ਗੁਰਦੁਆਰਿਆਂ ਦੀ ਸੇਵਾ ਕਰਨ ਵਾਲੇ ਗੁਰੂ ਪਿਆਰੇ ਹੁੰਦੇ ਸਨ। ਇਹ ਜਿਹੜੇ ਸੇਵਕ ਸੀ ਗੁਰਦੁਆਰਿਆਂ ਦੇ ਉੱਤੇ ਆਪਣੀ ਜੀਵਨ ਨਿਰਵਾਹ ਨਹੀਂ ਸੀ ਰੱਖਦੇ, ਭਾਵ ਉਹਨਾਂ ਦੇ ਰੁਜ਼ਗਾਰ ਨਹੀਂ ਸੀ ਗੁਰਦੁਆਰਾ, ਉਹ ਆਪਣੀ ਕਿਰਤ ਬਿਰਤ ਕਰਦੇ ਸੀ, ਕਿੱਤਾ ਕਰਦੇ ਸੀ, ਕੋਈ ਨਾ ਕੋਈ ਕੰਮ ਧੰਦਾ ਕਰਦੇ ਸਨ। ਗੁਰਦੁਆਰਿਆਂ ਦੀ ਆਮਦਨ ਤਾਂ ਫਿਰ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਜਾਂ ਤਾਂ ਲੰਗਰ ਉੱਤੇ ਖਰਚ ਕਰਦੇ, ਜਿਹੜੀ ਬਚਤ ਹੋ ਜਾਂਦੀ ਉਹਨੂੰ ਗੁਰੂ ਦਰਬਾਰੇ ਪਹੁੰਚਾ ਦਿੰਦੇ। ਜਿਹੜੀਆਂ ਸਥਾਨਕ ਸੰਗਤਾਂ ਹੁੰਦੀਆਂ ਉਹ ਕੀ ਕਰਦੀਆਂ ਸੀ ਵੀ ਗੁਰਦੁਆਰੇ 'ਚ ਜੋ ਵੀ ਆਮਦਨ ਸੀ ਉਹਦਾ ਲੰਗਰ, ਜੋ ਜਿਹੜੇ ਉਦੇਸ਼ ਮੈਂ ਪਹਿਲਾਂ ਆਪ ਜੀ ਨਾਲ ਸਾਂਝੇ ਕੀਤੇ, ਉਹਨਾਂ ਉਦੇਸ਼ਾਂ ਦੀ ਪੂਰਤੀ ਲਈ ਉਹ ਪੈਸਾ ਖਰਚਿਆ ਜਾਂਦਾ ਤੇ ਉਹਦੇ 'ਚੋਂ ਅਗਰ ਕੋਈ ਪੈਸਾ ਬਚ ਜਾਂਦਾ ਤਾਂ ਉਹ ਗੁਰੂ ਦਰਬਾਰ ਵਿੱਚ ਭੇਜ ਦਿੱਤਾ ਜਾਂਦਾ, ਤਾਂ ਕਿ ਗੁਰੂ ਸਾਹਿਬ ਜੋ ਕੌਮੀ ਭਲਾਈ ਦੇ ਕੰਮ ਕਰ ਰਹੇ ਹਨ ਉਹਦੇ ਉੱਤੇ ਪੈਸਾ ਖਰਚ ਕੀਤਾ ਜਾ ਸਕੇ। ਪਰ ਜਦੋਂ ਮੁਗਲ ਰਾਜ ਵੱਲੋਂ ਸਿੰਘਾਂ ਨੂੰ ਚੁਣ ਚੁਣ ਕੇ ਸ਼ਹੀਦ ਕੀਤਾ ਸ਼ੁਰੂ ਹੋ ਗਿਆ, ਸਿੰਘਾਂ ਨੂੰ ਆਪਣਾ ਘਰ ਘਰ ਛੱਡ ਕੇ ਪੰਜਾਬ ਤੋਂ ਬਾਹਰ ਦਿਨ ਕੱਟਣੇ ਪਏ, ਤਾਂ ਗੁਰਦੁਆਰਿਆਂ ਦੀ ਸੇਵਾ ਉਦਾਸੀ ਸਿੱਖਾਂ ਤੇ ਸਹਿਜਧਾਰੀ ਸਿੱਖਾਂ ਨੇ ਸੰਭਾਲ ਲਈ। ਸਿੱਖ ਰਾਜ ਕਾਇਮ ਹੋਣ ਤੇ ਗੁਰਦੁਆਰਿਆਂ ਦੇ ਨਾਂ ਤੇ ਜ਼ਗੀਰਾਂ ਲੱਗ ਗਈਆਂ, ਚੜਾਵੇ ਤੇ ਆਮਦਨ ਵੱਧ ਗਈ। ਸਮੇਂ ਦੇ ਗੇੜ ਨੇ ਜਾਂ ਸਮੇਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਡੋਗਰਿਆਂ ਦੀ ਚੌਧਰ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਭ ਉਲਟ ਪੁਲਟ ਹੋ ਗਿਆ। ਡੋਗਰਿਆਂ ਦੀ ਚੌਧਰ ਹੋਣ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸਾਰਾ ਸੀ ਉਲਟ ਪੁਲਟ ਹੋ ਗਿਆ, ਸਿੱਖੀ ਸਿਧਾਂਤਾਂ ਤੋਂ ਡਿੱਗਣਾ ਸ਼ੁਰੂ ਹੋ ਗਿਆ।
ਇਸ ਦੇ ਕਾਰਨ ਦੇਸ਼ ਭਰ ਦੇ ਹੋਰ ਗੁਰਦੁਆਰੇ ਜਿਹੜੇ ਪ੍ਰਬੰਧ ਸੀ ਉਹਨਾਂ ਦਾ ਪ੍ਰਬੰਧ ਵੀ ਹੌਲੀ ਹੌਲੀ ਕਰਕੇ ਵਿਗੜਨਾ ਜਿਹੜਾ ਸੀ ਉਹ ਸ਼ੁਰੂ ਹੋ ਗਿਆ, ਵਿਗੜਦਾ ਗਿਆ। ਜਿਵੇਂ ਜਿਵੇਂ ਕੌਮ ਵਿੱਚ ਗੁਰਮਤਿ ਦੇ ਪ੍ਰਚਾਰ ਦਾ ਉਹ ਹੋਕਾ ਘਟਦਾ ਗਿਆ, ਅਲੋਪ ਹੁੰਦਾ ਗਿਆ ਜਾਂ ਛੁਪਦਾ ਗਿਆ, ਤਿਵੇਂ ਤਿਵੇਂ ਗੁਰਦੁਆਰਿਆਂ ਦੀ ਮਰਿਆਦਾ ਹੋਰ ਵਿਗੜਦੀ ਗਈ, ਗੁਰਦੁਆਰੇ ਦੀ ਮਰਿਆਦਾ 'ਚ ਹੋਰ ਵਿਗਾੜ ਪੈਂਦਾ ਗਿਆ। ਇਹਨਾਂ ਹਾਲਤਾਂ ਵਿੱਚ ਇੱਥੋਂ ਤੱਕ ਹਾਲਤ ਡਿੱਗ ਪਏ ਸਨ ਕਿ ਇਹ ਕੇਵਲ ਨਾ ਸਿੱਖੀ ਧਰਮ ਦੇ ਸਥਾਨ ਰਹਿ ਗਏ, ਇਹਨਾਂ ਦੀ ਮਰਿਆਦਾ ਤੇ ਪੂਜਾ ਪਾਠ ਦੇ ਢੰਗ ਵੀ ਸਿੱਖੀ ਦੇ ਉਪਦੇਸ਼ਾਂ ਮੁਤਾਬਕ ਨਾ ਰਹੇ, ਆਦਰਸ਼ਾਂ ਤੇ ਸਿਧਾਂਤਾਂ ਦੀ ਤਾਂ ਬਿਲਕੁਲ ਹੀ ਇਹੋ ਵਿਰੋਧੀ ਹੋ ਗਏ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਗੱਲ ਕਹਿ ਲਈਏ, ਇੱਥੋਂ ਤੱਕ ਨਿਰਾਰ ਆ ਗਿਆ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਵੀ ਜਿਹੜੇ ਆਦਰਸ਼ ਸਿੱਖੀ ਦੇ ਸਨ ਉਹਦਾ ਦੇ ਵੀ ਇਹ ਵਿਰੋਧੀ ਹੋ ਗਏ। ਉਹ ਕੋਈ ਚੀਜ਼ ਕੋਈ ਉਲਟ ਦੇ ਉਲਟ ਹੋ ਗਈ, ਉਹ ਕਹਿੰਦੇ ਦੂਜਾ ਪਾਸਾ ਜਿਹੜਾ ਸੀ ਆ ਗਿਆ। ਕਾਫੀ ਚਿਰ ਗੁਰਦੁਆਰਿਆਂ ਦੇ ਪੁਜਾਰੀ ਮਹੰਤ ਸਥਾਨਕ ਸੰਗਤਾਂ ਦੇ ਡਰ ਦੇ ਹੇਠਾਂ ਅਸਰ ਜਾਗੇ ਕਹਿ ਲਈਏ, ਡਰ ਥੱਲੇ ਜਾਂ ਅਸਰ ਥੱਲੇ ਆਪਣੇ ਕਰੈਕਟਰ ਨੂੰ ਜਾਂ ਆਪਣੀ ਰਹਿਣੀ ਬਹਿਣੀ ਨੂੰ ਤਾਂ ਠੀਕ ਰੱਖਦੇ ਰਹੇ, ਸੰਗਤਾਂ ਦੀ ਗੱਲ ਵੀ ਮੰਨ ਲੈਂਦੇ, ਗਾਹੇ ਬਹਾਏ ਮੰਨਦੇ ਰਹੇ। ਕਈ ਥਾਈਂ ਇਸ ਤਰ੍ਹਾਂ ਵੀ ਹੁੰਦਾ ਗਿਆ ਕਿ ਸੰਗਤਾਂ ਅਗਲੇ ਪੁਜਾਰੀਆਂ ਜਾਂ ਮਹੰਤਾਂ ਨੂੰ ਹਟਾ ਵੀ ਦਿੰਦੀਆਂ ਸਨ, ਨਵੇਂ ਨਿਯਤ ਕਰ ਦਿੰਦੀਆਂ ਜਿਹਨਾਂ ਅੰਦਰ ਕਮਜ਼ੋਰੀ ਹੁੰਦੀ। ਉਦਾਹਰਨ ਦੇ ਤੌਰ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਤੇ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਲਈ ਉਦਾਸੀਆਂ ਦੇ ਹੱਥਾਂ ਵਿੱਚ ਹੁੰਦੇ ਸਨ, ਪਰ ਮਗਰੋਂ ਸਿੱਖ ਸੰਗਤਾਂ ਨੇ ਉਦਾਸੀ ਪੁਜਾਰੀਆਂ ਨੂੰ ਹਟਾ ਕੇ ਉੱਤੇ ਸਿੰਘ ਨਿਯਤ ਕੀਤੇ। ਕਈ ਥਾਂ ਦੇ ਹੋਰ ਵੀ ਇਹੋ ਜਿਹੀਆਂ ਤਬਦੀਲੀਆਂ ਸਾਨੂੰ ਇਤਿਹਾਸ 'ਚ ਮਿਲਦੀਆਂ ਨੇ। ਮੈਂ ਜ਼ਿਆਦਾ ਡਿਟੇਲ ਵਿੱਚ ਇਹਦੇ ਵੱਲ ਨਹੀਂ ਜਾਂਦਾ, ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ। ਸਿੱਖ ਰਾਜ ਤੋਂ ਬਾਅਦ ਇੱਕ ਰਾਜ ਅੰਗਰੇਜ਼ੀ ਰਾਜ, ਸਿੱਖ ਰਾਜ ਦਾ ਸੂਰਜ ਜਿਹੜਾ ਸੀ 1849 ਦੇ ਵਿੱਚ ਉੱਗ ਜਾਂਦਾ ਹੈ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੁੰਦੀ ਹੈ, ਕਿਉਂਕਿ ਡੋਗਰਿਆਂ ਦਾ ਬੋਲਬਾਲਾ ਸੀ, ਸਿੱਖੀ ਸਿਧਾਂਤ ਲੋਪ ਹੁੰਦੇ ਗਏ। 10 ਸਾਲਾਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਜਿਹੜਾ ਸੀ ਸਿੱਖ ਰਾਜ ਸਦਾ ਲਈ ਅਲੋਪ ਹੋ ਗਿਆ ਔਰ ਪੰਜਾਬ ਤੇ ਭਾਰਤ ਜਿਹੜਾ ਸੀ ਅੰਗਰੇਜ਼ਾਂ ਦੇ ਕਬਜ਼ੇ ਚਲਾ ਗਿਆ। ਹੁਣ ਅੰਗਰੇਜ਼ੀ ਰਾਜ ਕਾਇਮ ਹੋਣ ਮਗਰੋਂ ਹਾਲਤ ਬਿਲਕੁਲ ਹੀ ਬਦਲ ਗਏ। ਅੰਮ੍ਰਿਤਸਰ ਤੇ ਤਰਨਤਾਰਨ ਦੇ ਗੁਰਦੁਆਰੇ ਹੌਲੀ ਹੌਲੀ ਸਰਕਾਰ ਦੇ ਹੱਥਾਂ 'ਚ ਚਲੇ ਗਏ। ਇਹਨਾਂ ਦੇ ਪ੍ਰਬੰਧ ਵਾਸਤੇ ਸਰਕਾਰਾਂ ਨੇ ਸਰਬਰਾਹ ਨਿਯਤ ਕਰ ਦਿੱਤੀ, ਉਹ ਸਰਕਾਰ ਦੀ ਮਰਜ਼ੀ ਅਨੁਸਾਰ ਚੱਲਦੇ ਸੀ। ਜਿਵੇਂ ਅੱਜ ਵੀ ਜਿਹੜੇ ਗੁਰਦੁਆਰਿਆਂ ਵਿੱਚ ਕਮੇਟੀਆਂ ਨਹੀਂ ਰਹਿੰਦੀਆਂ, ਵੱਡੇ ਗੁਰਦੁਆਰੇ ਆ ਉੱਥੇ ਸਰਕਾਰ ਜਿਹੜੀ ਆ ਆਪਣੇ ਬੰਦੇ ਨਿਯਤ ਕਰ ਦਿੰਦੀ ਹੈ, ਕੋਰਟ ਕਈ ਵਾਰੀ ਕੋਰਟ ਤੋਂ ਬੰਦੇ ਨਿਯਤ ਹੋ ਜਾਂਦੇ ਆ। ਇਸੇ ਤਰ੍ਹਾਂ ਉਸ ਵੇਲੇ ਵੀ ਸਰਕਾਰਾਂ ਜਿਹੜੀਆਂ ਸੀ ਅੰਗਰੇਜ਼ ਹਕੂਮਤ ਸਰਬਰਾਹ ਨਿਯਤ ਕਰ ਦਿੰਦੀ ਸੀ ਗੁਰਦੁਆਰਿਆਂ ਦੇ ਵਿੱਚ, ਤੇ ਜਿਹੜੇ ਫਿਰ ਨਵੇਂ ਨਿਯਤ ਦੇ ਇਸ ਗੁਰਦੁਆਰੇ ਦਾ ਪ੍ਰਬੰਧ ਉਹਨਾਂ ਦੀ ਮਰਜ਼ੀ ਮੁਤਾਬਕ ਚੱਲਦਾ ਸੀ। ਨਵੇਂ ਲਾਗੂ ਹੋਏ ਕਾਨੂੰਨ ਜਿਹੜੇ ਬਣਾਏ ਗਏ ਉਹਨਾਂ ਦੇ ਹੇਠ ਮਹੰਤਾਂ ਤੇ ਪੁਜਾਰੀਆਂ ਨੂੰ ਗੁਰਦੁਆਰਿਆਂ ਸੰਬੰਧੀ ਤਕਰੀਬਨ ਉਨੇ ਹੀ ਹੱਕ ਦੇ ਦਿੱਤੇ ਗਏ ਜਿੰਨੇ ਨਿੱਜੀ ਜਾਇਦਾਦ ਸੰਬੰਧੀ ਹੁੰਦੇ ਹਨ। ਭਾਵ ਉਹਨਾਂ ਨੂੰ ਗੁਰਦੁਆਰਿਆਂ ਨੂੰ ਮਹੰਤਾਂ ਦੀ ਨਿੱਜੀ ਜਾਇਦਾਦ ਦੀ ਜ਼ਗੀਰਾਂ ਬਣਾ ਦਿੱਤੀ ਗਈ। ਜਾਂ ਦੂਜੇ ਸ਼ਬਦਾਂ 'ਚ ਅਸੀਂ ਇਹ ਗੱਲ ਕਹਿ ਲਈਏ ਕਿ ਗੁਰਦੁਆਰੇ ਮਹੰਤਾਂ ਦੇ ਪੁਜਾਰੀਆਂ ਦੀ ਨਿੱਜੀ ਜਾਇਦਾਦ ਜਿਹੜੀ ਸੀ ਉਹ ਬਣ ਗਈ। ਰਿਜ਼ਲਟ ਕੀ ਨਿਕਲਿਆ? ਮਹੰਤ ਤੇ ਪੁਜਾਰੀ ਗੁਰਦੁਆਰਿਆਂ ਨੂੰ ਆਪਣੇ ਪਰਸਨਲ ਜਾਂ ਘਰੋਗੀ ਪ੍ਰਾਪਰਟੀ ਸਮਝਣ ਲੱਗ ਪਏ ਤੇ ਮਨ ਮਰਜ਼ੀ ਮੁਤਾਬਕ ਉਹਨਾਂ ਦਾ ਇਸਤੇਮਾਲ ਕਰਨ ਲੱਗ ਪਏ। ਗੁਰਦੁਆਰਿਆਂ ਦੀ ਜ਼ਮੀਨ ਤੇ ਜਾਇਦਾਦ ਨੂੰ ਮਹੰਤ ਵੇਚਣ ਤੇ ਖੁਰਦ-ਬੁਰਦ ਕਰਨ ਲੱਗ ਪਏ। ਗੁਰਦੁਆਰਿਆਂ ਤੋਂ ਆਮਦਨ ਜਿਹੜੀ ਹੁੰਦੀ ਸੀ ਉਹ ਖਾਣ ਪੀਣ ਲੱਗ ਪਏ, ਐਸ਼ਾਂ ਤੇ ਬਹਾਰਾਂ 'ਚ ਉਜਾੜਨ ਲੱਗ ਪਏ। ਗੁਰਦੁਆਰਿਆਂ ਵਿੱਚ ਅਜਿਹੇ ਪਵਿੱਤਰ ਤੇ ਨੀਚ ਕੰਮ ਹੋਣ ਲੱਗੇ ਜਿਨ੍ਹਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰ ਸਕਦਾ, ਜਿਨ੍ਹਾਂ ਦਾ ਜ਼ਿਕਰ ਕਰਨ ਲੱਗਿਆ ਮੇਰੀ ਸ਼ਰਮ ਆਉਂਦੀ ਹੈ। ਇਹੋ ਜਿਹੇ ਕੰਮ ਜਿਹੜੇ ਸੀ ਪ੍ਰਕਰਮਾਂ ਦੇ ਵਿੱਚ ਵੀ ਹੁੰਦੇ ਨੇ, ਦਰਬਾਰ ਸਾਹਿਬ ਦੇ ਤਰਨਤਾਰਨ ਦੀ ਪ੍ਰਕਰਮਾਂ ਦੇ ਵਿੱਚ ਵੀ। ਮਹੰਤਾਂ ਦੇ ਪੁਜਾਰੀਆਂ ਦੇ ਪੁਜਾਰੀ ਜਿਹੜੇ ਸੀ ਉਹ ਸਿੱਖ ਸੰਗਤਾਂ ਤੋਂ ਬਾਗੀ ਹੋ ਗਏ, ਹੱਕੀ ਹੋ ਗਏ। ਉਹ ਵੀ ਨਾ ਕੇਵਲ ਗੁਰਦੁਆਰਿਆਂ ਦੀ ਆਮਦਨ ਨੂੰ ਖਰਚਣ ਵਰਤਣ ਸੰਬੰਧੀ ਨਹੀਂ, ਸਗੋਂ ਗੁਰਦੁਆਰਿਆਂ ਵਿਚਲੀ ਮਰਿਆਦਾ ਨੂੰ ਵੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਚਲਾਉਣਾ ਸ਼ੁਰੂ ਕਰਤਾ, ਬਿਲਕੁਲ ਬਾਗੀ ਹੋ ਗਏ।
ਔਰ ਜੋ ਧੂਹ ਬੱਤੀਆਂ ਅਗਰਬੱਤੀਆਂ ਤੇ ਜੋ ਲਟਰਮ ਪਟਰਮ ਜੋ ਦੂਜੇ ਮਤਾਂ ਦਾ ਸੀ, ਸੰਪਰਦਾਵਾਂ ਦੇ ਵਿੱਚ ਚੱਲਦਾ ਸੀ, ਉਹ ਗੁਰਦੁਆਰਿਆਂ ਵਿੱਚ ਆ ਕੇ ਵੜ ਗਿਆ। ਗੁਰਦੁਆਰਿਆਂ ਵਿੱਚ ਮੂਰਤੀਆਂ ਵੀ ਲਿਆ ਕੇ ਰੱਖ ਦਿੱਤੀਆਂ ਗਈਆਂ ਔਰ ਖੁੱਲ੍ਹਮ ਖੁੱਲੀ ਪੂਜਾ ਵੀ ਗੁਰਦੁਆਰਿਆਂ ਵਿੱਚ ਮੂਰਤੀਆਂ ਦੀ ਹੋਣ ਲੱਗ ਪਈ, ਜੋ ਅੱਜ ਤੱਕ ਵੀ ਖੜਾ ਨਹੀਂ ਚੜ ਸਕੀ। ਉਦੋਂ ਪੱਥਰ ਦੀਆਂ ਲਿਆ ਕੇ ਰੱਖੀਆਂ ਸੀ, ਹੁਣ ਅਸੀਂ ਕਾਗਜ਼ਾਂ ਦੀਆਂ ਲਿਆ ਕੇ ਰੱਖ ਲਈਆਂ। ਫਰਕ ਤਾਂ ਸਿਰਫ ਇੰਨਾ ਕੀ ਪਿਆ। ਇਹ ਉਸ ਵੇਲੇ ਦੇ ਵਿੱਚੋਂ ਨਿਕਲਿਆ ਹੋਇਆ ਮੂਰਤੀ ਪੂਜਾ ਦਾ ਵਿਧਾਨ ਅੱਜ ਵੀ ਸਾਨੂੰ ਖਤਮ ਨਹੀਂ ਹੁੰਦਾ। ਔਰ ਅਸੀਂ ਘਰਾਂ ਵਿੱਚ ਵੀ ਮੂਰਤੀਆਂ ਦੀ ਪੂਜਾ ਕਰਦੇ ਹਾਂ ਔਰ ਗੁਰਦੁਆਰਿਆਂ ਵਿੱਚ ਵੀ ਅਸੀਂ ਮੂਰਤੀਆਂ ਦੀ ਪੂਜਾ ਕਰਦੇ ਹਾਂ। ਰਿਜ਼ਲਟ ਕਿੱਥੋਂ ਨਿਕਲਿਆ, ਕਿੱਥੋਂ ਹੀ ਗੱਲ ਸ਼ੁਰੂ ਹੋਈ? ਇਹ ਮਹੰਤਾਂ ਤੇ ਉਦਾਸੀਆਂ ਤੇ ਸੰਪਰਦਾਵਾਂ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਉਹਨਾਂ ਨੇ ਇਹ ਸਾਰਾ ਕੁਝ ਉੱਤੇ ਸ਼ੁਰੂ ਕਰਾ ਦਿੱਤਾ। ਤਾਂ ਮਸਲਾ ਜਿਹੜਾ ਅਸੀਂ ਦੇਖਦੇ ਹਾਂ ਵੀ ਜਿਹੜੇ ਗੁਰਦੁਆਰੇ ਜਿਸ ਕੰਮ ਲਈ ਬਣੇ ਸੀ, ਉਹ ਹੁਣ ਗੁਰਦੁਆਰੇ ਉਹ ਕੰਮ ਨਹੀਂ ਕਰ ਰਹੇ, ਨਾ ਹੀ ਗੁਰਦੁਆਰਿਆਂ ਦਾ ਉਹ ਕੰਮ ਹੋ ਰਿਹਾ ਸੀ। ਇਸ ਤੋਂ ਅੱਗੇ ਫਿਰ ਅਧਿਆਇ ਜਿਹੜਾ ਹੈ, ਨਵਾਂ ਚੈਪਟਰ ਸ਼ੁਰੂ ਹੁੰਦਾ ਹੈ ਕਿ ਪੰਥ ਵਿੱਚ ਕਿਵੇਂ ਜਾਗਰਤੀ ਆਈ, ਪੰਥ ਨੇ ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਆਪਣੇ ਹੱਥਾਂ ਵਿੱਚ ਲਿਆ, ਪੰਥ ਨੇ ਫਿਰ ਗੁਰਦੁਆਰਿਆਂ ਦੇ ਵਿੱਚ ਕੀ ਮਰਿਆਦਾ ਹੋਣੀ ਚਾਹੀਦੀ ਹੈ, ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹਦੇ ਗੁਰਦੁਆਰਿਆਂ ਦੇ ਬਾਰੇ ਕੀ ਲਿਖਿਆ ਗਿਆ ਹੈ, ਜਿਹੜਾ ਅਸੀਂ ਰਹਿਤ ਮਰਿਆਦਾ ਦੇ ਵਿੱਚ ਵੀ ਪੜ੍ਹਿਆ, ਤੇ ਮੌਜੂਦਾ ਪ੍ਰਬੰਧ ਵਿੱਚ ਅੱਜ ਕੀ ਤਰੁੱਟੀਆਂ ਹਨ। ਇਹ ਇੱਕ ਵਿਸ਼ਾ ਹੈ ਜਿਹੜਾ ਅਸੀਂ ਅਗਲੀ ਵਾਰੀ ਕਰਾਂਗੇ, ਕਿਉਂਕਿ ਅੱਜ ਸ਼ੁਰੂ ਨਹੀਂ ਕਰ ਸਕਦੇ। ਜੇ ਸ਼ੁਰੂ ਕਰਾਂਗੇ ਤੇ ਸਮਾਂ ਜਿਹੜਾ ਹੈ ਉਹਨੂੰ ਜ਼ਿਆਦਾ ਲੱਗੇਗਾ। ਤਾਂ ਸਿਰਫ ਅੱਜ ਇੰਨੇ ਕੁ ਤੱਕ ਹੀ ਅਸੀਂ ਵਿਚਾਰਾਂ ਗੁਰਦੁਆਰੇ ਦੇ ਬਾਰੇ ਕਰਾਂਗੇ। ਫਿਰ ਪੰਥ ਵਿੱਚ ਕਿਵੇਂ ਜਾਗਰਤੀ ਆਈ, ਫਿਰ ਗੁਰਦੁਆਰੇ ਦੀ ਮਰਿਆਦਾ ਹੋਣੀ ਕੀ ਚਾਹੀਦੀ ਹੈ, ਤੇ ਮੌਜੂਦਾ ਸਮੇਂ ਗੁਰਦੁਆਰਾ ਪ੍ਰਬੰਧ ਵਿੱਚ ਕੀ ਤਰੁੱਟੀਆਂ ਹਨ, ਕੀ ਕਮਜ਼ੋਰੀਆਂ ਹਨ, ਤੇ ਉਹਨਾਂ ਦਾ ਹੱਲ ਅਸੀਂ ਕਿਵੇਂ ਕਰੀਏ। ਇਹ ਕੁਝ ਵਿਚਾਰਾਂ ਆਪਾਂ ਅਗਲੇ ਹਫ਼ਤੇ ਅਗਲੀ ਵਿਚਾਰ ਵਿੱਚ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਪਿਆਰ ਸਹਿਤ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।